ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹਿਗੁਰੂ ਜੀ ਲਿਖੇ ਕਤਹਿ ਨ ਛੁਟੀਐ, ਖਿਨ ਖਿਨ ਭੁਲਨਹਾਰ। ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹਮ ਅਵਗਣ ਭਰੇ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁਲੇ, ਮਾਇਆ ਮੋਹ ਪਰਮ ਪੈ ਭੁਲੇ। ਸੁਤ ਦਾਦਾ ਸਿਉ ਪ੍ਰੀਤ ਲਗਾਈ,
एक उत्तम पंथ सुनियो गुरु संगत। त्रह मिलत जम त्रास मिटाई एक अरदास। पाठ कीरत की राखो शरणाई। राखो शरणाई गुरु रामदास। 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 राखो शरणाई। 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 राखो शरणाई।
राखो शरणाई, 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 गुरु रामदास, 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 राखो शरणाई, गुरु रामदास। वाहिगुरु 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 वाहिगुरु, सारे जपो वाहिगुरु 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 तेरा कीता जत नहीं मैनो जो कितोई, मैं निर्गुण यारे को गुण नहीं, आपे तरस प्योई, तरस पिया मैं रामत होई, सतगुर सज्जन मिले, नानक नाम मिले ता जीवा, तन मन थीवे हरिया, तेरा कीता जप लागी, वाहिगुरु 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 तेरा कीता जत नहीं
मैनो जो कि तोई, मैं निर्गुणियारे को गुण नाई। आपे तरस पियो तरस पिया मैं रामत होई। सतगुर सज्जन मिलिया, नानक नाम मिले ता जीवा। तन मन थीवै हरिया, दुनिया देखना भूल साहिब लेखा मंगसी। 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 लेखा मंगसी। साहिब 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 लेखा मंगसी। लेखा मंगसी। साहिब लेखा मंगसी। दरगह सच कबूल 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 साहिब लेखा मंगसी। परम सत्कारयोग सतगुरु जी की साजी और निवाजी हुई। गुरु रूप गुरु खालसा साध संगत जीओ। आओ जी जितने भी माई भाई दूर नेड़े तो चल करके सतगुरु साहेब श्री गुरु ग्रंथ साहिब महाराज जी के पावन पवित्र दरबार दीयां हाजरियां पावे हो।
ਜਿੱਥੇ ਅੱਜ ਆਪਾਂ ਸਾਰੇ ਸਰਦਾਰ ਨਿਰਮਲ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਆ, ਉੱਥੇ ਨਾਲ ਨਾਲ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਪ੍ਰਵਚਨ ਸਰਵਣ ਕੀਤੇ ਹਨ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਦ ਸੁਣਿਓ ਗੁਰ ਸੰਗਤ, ਤਰਹਿ ਮਿਲਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹਾਲਾਂਕਿ ਗੁਰੂ ਵਿੱਚ ਕੋਈ ਔਗਣ ਨਹੀਂ ਹੈ, ਔਗਣੀ ਭਰਿਆ ਸਰੀਰ ਹੈ। ਸਾਡੇ ਸਰੀਰ ਔਗਣਾਂ ਨਾਲ ਭਰੇ ਹੋਏ ਨੇ। ਗੁਰੂ ਤੇ ਬਖਸ਼ੰਦ ਪਿਤਾ ਹੈ, ਮਹਾਰਾਜ ਤੇ ਬਖਸ਼ਣ ਹਾਰੇ ਨੇ। ਵੱਡੇ ਵੱਡੇ ਗੁਨਾਹ, ਵੱਡੇ ਵੱਡੇ ਪਾਪ ਸਤਿਗੁਰੂ ਜੀ ਬਖਸ਼ ਦਿੰਦੇ ਨੇ। ਲਿਖੈ ਕਤ ਹੈ ਨ ਛੁਟੀਐ, ਖਿਨ ਖਿਨ ਭੁੱਲਣ ਹਾਰ। ਸਾਡੀਆਂ ਤੇ ਭੁੱਲਾਂ ਇਤਨੀਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਸਾਡੇ ਕਰਮ ਜਿਹੜੇ ਹਨ ਗੁਨਾਹਾਂ ਨਾਲ ਭਰੇ ਹੋਏ ਨੇ। ਪਰ ਸਤਿਗੁਰੂ ਮਹਾਰਾਜ ਬਖਸ਼ ਦਿੰਦੇ ਨੇ। ਬਖਸ਼ਣਹਾਰ ਬਖਸ਼ ਲੈ। ਜੇ ਕੋਈ ਅਰਜ਼ੋਈ ਕਰੇ, ਬੇਨਤੀ ਕਰੇ, ਅਰਦਾਸ ਕਰੇ, ਹੁਕਮ ਰਜਾਈ ਸਾਖਤੀ, ਦਰਗਹਿ ਸੱਚ ਕਬੂਲ। ਸਾਹਿਬ ਲਿਖਾ ਮੰਗਸੀ, ਦੁਨੀਆ ਦੇਖ ਨਾ ਭੂਲ। ਮਾਰੇ ਕਹਿੰਦੇ ਹੈ ਪ੍ਰਾਣੀ ਹੈ ਜੀਵ, ਤੇਰੇ ਕੋਲੋਂ ਲਿਖਾ ਮੰਗਿਆ ਜਾਣਾ ਹੈ। ਇਹ ਨਹੀਂ ਵੀ ਲਿਖਾ ਨਹੀਂ ਮੰਗਿਆ ਜਾਣਾ। ਆ ਦੁਨੀਆ ਵਿੱਚ ਆ ਕੇ ਕਿਤੇ ਭੁੱਲ ਨਾ ਜਾਵੇਂ ਵੀ ਲਿਖਾ ਦੇਣਾ ਹੀ ਨਹੀਂ ਪੈਣਾ। ਲਿਖਾ ਦੇਣਾ ਪੈਣਾ ਹੈ, ਹਰ ਇੱਕ ਨੂੰ ਦੇਣਾ ਪੈਣਾ ਹੈ। ਕਈਆਂ ਨੇ ਸੰਸਾਰ ਅੰਦਰ ਆ ਕੇ ਬੜੇ ਚੰਗੇ ਚੰਗੇ ਕਰਮ ਕਮਾਏ ਨੇ। ਕਮਾਏ ਕਿਉਂ ਨੇ? ਕਿਉਂਕਿ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਯਾਦ ਹੈ, ਚੇਤੇ ਰੱਖਦੇ ਨੇ। ਉਹ ਤਾਂ ਹੀ ਕਮਾਏ ਜਾਂਦੇ ਨੇ ਨਾ ਕਰਮ ਚੰਗੇ। ਜਿਨ੍ਹਾਂ ਨੂੰ ਯਾਦ ਨਹੀਂ ਹੈ, ਜਿਹੜੇ ਭੁੱਲ ਗਏ, ਜਿਨ੍ਹਾਂ ਨੇ ਵਿਸਾਰ ਦਿੱਤਾ ਉਸ ਦਾਤੇ ਨੂੰ, ਉਹਦੀਆਂ ਦਾਤਾਂ ਨੂੰ, ਜਿਹੜੇ ਦੁਨੀਆ ਦੇ ਮੋਹ ਵਿੱਚ ਅਕਾਲ ਪੁਰਖ ਨਿਰੰਕਾਰ ਨੂੰ ਭੁੱਲ ਗਏ, ਉਹਨਾਂ ਨੂੰ ਮਹਾਰਾਜ ਯਾਦ ਕਰਾਉਂਦੇ ਨੇ ਵੀ ਦਰਗਹਿ ਲਿਖਿਆ ਮੰਗੀ ਹੈ। ਕਿਉਂਕਿ ਜਿਹੜੀ ਪ੍ਰਭੂ ਦੀ ਦਰਗਾਹ ਹੈ ਨਾ ਸਾਧ ਸੰਗਤ, ਉਹ ਸੱਚੀ ਹੈ। ਉੱਥੇ ਕਿਸੇ ਦੀ ਅਪੀਲ ਦਲੀਲ ਨਹੀਂ ਚੱਲਣੀ। ਇਹ ਥੋੜਾ ਵੀ ਕੋਈ ਵੱਡੀ ਦੇ ਕੇ ਉੱਥੇ ਆਪਣੀ ਮਨਮਾਨੀ ਕਰ ਲਵੇਗਾ, ਨਹੀਂ। ਮਹਾਰਾਜ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜੈ, ਨਵੇੜਾ ਸੱਚ ਦਾ ਜੀ। ਚੁਣ ਵਕ ਕੱਢੈ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੁਜ ਕਚਾਲਿਆ। ਚੁਣ ਚੁਣ ਕੇ ਕੱਢੇ ਜਾਣੇ ਨੇ ਚੰਗੇ ਤੇ ਮਾੜੇ ਕਰਮਾਂ ਵਾਲੇ। ਤੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਨੇ, ਫਿਰ ਮਾਰੇ ਕਹਿੰਦੇ ਮੂੰਹ ਕਾਲੇ ਕੀਤੇ ਜਾਣੇ ਨੇ। ਉਹਨਾਂ ਨੂੰ ਫਿਰ ਚੁਣ ਵਕ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੁੜਿਆਰ ਕਹਿੰਦੇ ਝੂਠੇ ਪੁਰਸ਼। ਜਿਨ੍ਹਾਂ ਨੇ ਝੂਠ ਦੀ ਕਮਾਈ ਕੀਤੀ ਹੈ, ਸੱਚ ਨਹੀਂ ਕਮਾਇਆ।
ਥਾਉ ਨ ਪਾਇਨ ਕੂੜਿਆਰ, ਮੋਹ ਕਾਲੈ ਦੋਜਕ। ਦੋਜਕ ਕਹਿੰਦੇ ਨਰਕਾਂ ਨੂੰ। ਮਾਰੇ ਕਹਿੰਦੇ ਫਿਰ ਮੂੰਹ ਕਾਲਾ ਕਰਕੇ ਦੋਜਕਾਂ ਵੱਲ ਭੇਜ ਦਿੱਤਾ ਜਾਂਦਾ, ਨਰਕਾਂ ਵੱਲ ਭੇਜ ਦਿੱਤਾ ਜਾਂਦਾ ਵੀ ਇੱਥੇ ਤੁਹਾਡੇ ਲਈ ਥਾਂ ਨਹੀਂ ਹੈ ਪਰਮੇਸ਼ਰ ਦੀ ਦਰਗਾਹ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਕਿਤੇ ਦੁਨੀਆ ਵਿੱਚ ਆ ਕੇ ਹੇ ਪਿਆਰਿਆ ਤੂੰ ਭੁੱਲ ਨਾ ਜਾਈ ਉਸ ਦਾਤੇ ਨੂੰ, ਉਹਦੀਆਂ ਦਾਤਾਂ ਨੂੰ, ਉਹਦੇ ਹੁਕਮ ਨੂੰ, ਉਹਦੀ ਰਜ਼ਾ ਵਿੱਚ ਰਾਜੀ ਰਵੀਂ। ਜਿਹੜਾ ਉਹਦਾ ਹੁਕਮ ਹੈ ਨਾ ਸੰਸਾਰ ਅੰਦਰ, ਨੇਕੀ ਕਰ ਬਦੀ ਨਾ ਕਮਾ। ਐਵੇਂ ਸੰਸਾਰ ਅੰਦਰ ਬੁਰਾਈਆਂ ਨਾ ਖੱਟ ਕੇ ਜਾਵੇਂ, ਚੰਗਿਆਈਆਂ ਖੱਟ ਲੈ, ਹੋਰ ਕੁਝ ਨਹੀਂ ਸੰਸਾਰ ਵਿੱਚੋਂ ਜਾਣਾ ਹੈ। ਪਰ ਮਹਾਰਾਜ ਸਤਿਗੁਰੂ ਚੰਗਿਆਈ ਵੀ ਉਹਨੂੰ ਬਖਸ਼ਿਸ਼ ਕਰਦੇ ਨੇ। ਚੰਗਿਆਈ ਚੰਗੇ ਗੁਣ ਇਨਸਾਨ ਵਿੱਚ ਹੀ ਨੇ, ਮਾੜੇ ਵੀ ਇਨਸਾਨ ਵਿੱਚ ਹੀ ਗੁਣ ਨੇ। ਆਪਾਂ ਗੁਣ ਨਹੀਂ ਕਹਿ ਸਕਦੇ, ਮਾੜੇ ਔਗਣ ਨੇ। ਚੰਗੇ ਗੁਣ ਵੀ ਇਨਸਾਨ ਵਿੱਚੋਂ ਪੈਦਾ ਹੋਏ, ਮਾੜੇ ਗੁਣ ਵੀ ਇਨਸਾਨ ਵਿੱਚੋਂ ਪੈਦਾ ਹੋਏ ਹਨ। ਅੱਛਾ ਜੀ, ਚੰਗੇ ਗੁਣ ਕਿਵੇਂ ਆਏ? ਆਹ ਸੋ ਥਾਂ ਹੈ ਜਿਹੜਾ ਜਿੱਥੇ ਆਪਾਂ ਬੈਠੇ ਆ, ਸਾਧ ਸੰਗਤ ਹੈ, ਇੱਥੋਂ ਚੰਗੇ ਗੁਣ ਮਿਲਣੇ ਨੇ। ਇੱਕ ਹੈ ਕੁਸੰਗਤ, ਉੱਥੋਂ ਮਾੜੇ ਗੁਣ ਮਿਲਣੇ ਨੇ। ਔਗਣਾ ਦੇ ਨਾਲ ਸਾਡਾ ਸਰੀਰ ਭਰ ਜਾਵੇਗਾ। ਮਾੜੀ ਸੰਗਤ ਵਿੱਚੋਂ ਮਾੜੇ ਹੀ ਔਗਣ ਮਿਲਣਗੇ। ਸ਼ਰਾਬੀਆਂ ਦੀ ਸੰਗਤ ਵਿੱਚ ਬਹਿ ਕੇ ਉਹੋ ਜਿਹੇ ਬਣ ਜਾਵਾਂਗੇ। ਨਿੰਦਿਆ ਚੁਗਲੀ ਕਰਨ ਵਾਲਿਆਂ ਦੀ ਸੰਗਤ ਵਿੱਚ ਬਹਿ ਜਾਓ, ਬਦੋ ਬਦੀ ਕੋਈ ਨਾ ਕੋਈ ਗੱਲ ਕਹਿ ਜ਼ਰੂਰ ਹੋ ਜਾਣੀ ਹੈ। ਹਾਮੀ ਤੇ ਭਾਰੀ ਹੋ ਜਾਣੀ, ਕਹੋ ਭਾਵੇਂ ਨਾ ਕਹੋ। ਅੱਛਾ ਜੀ, ਹਾਮੀ ਵੀ ਨਹੀਂ ਭਰ ਹੋਈ, ਸੁਣ ਤੇ ਲਿਆ ਨਾ। ਤੇ ਮਹਾਰਾਜ ਕਹਿੰਦੇ ਤੇਰੇ ਕੰਨ ਨਿੰਦਿਆ ਵੀ ਨਾ ਸੁਣਨ, ਕਿਤੇ ਇਹ ਵੀ ਕਰਮ ਨਾ ਬਣ ਜਾਵੇ। ਜੀਵਨ ਉੱਚਾ ਸੋ ਥਾਨ ਕਿੱਥੋਂ ਆ ਕੇ ਬਣਨਾ ਹੈ? ਜਦੋਂ ਤੂੰ ਸਾਧ ਸੰਗਤ ਵਿੱਚ ਬੈਠੇਗਾ। ਇੱਥੇ ਆ ਕੇ ਤੇਰੇ ਅੰਦਰ ਬੜੇ ਸੋਹਣੇ ਸੋਹਣੇ ਗੁਣ ਪੈਦਾ ਕਰਨੇ ਕਿਹਨੇ ਨੇ? ਗੁਰੂ ਕੀ ਬਾਣੀ ਨੇ। ਆਖੋ ਜੀ ਸਤਿਨਾਮ। ਕਿਉਂਕਿ ਮਹਾਰਾਜ ਜੀ ਦੀ ਬਾਣੀ ਵਿੱਚ ਬੜੇ ਸੋਹਣੇ ਸੋਹਣੇ ਗੁਣ ਦੱਸੇ ਨੇ ਜੀਵਨ ਨੂੰ ਉੱਚਾ ਕਰਨ ਵਾਸਤੇ, ਜੀਵਨ ਨੂੰ ਸੋਹਣਾ ਬਣਾਉਣ ਵਾਸਤੇ। ਇੱਥੇ ਹੀ ਮਹਾਰਾਜ ਕਹਿ ਰਹੇ ਨੇ ਜਦੋਂ ਅਸੀਂ ਚੰਗਿਆਈ ਵਾਲਾ ਜੀਵਨ ਸੰਸਾਰ ਵਿੱਚ ਬਤੀਤ ਕਰਾਂਗੇ, ਸੰਸਾਰ ਵਿੱਚੋਂ ਭਾਵੇਂ ਚਲੇ ਜਾਈਏ, ਇਹ ਸੰਸਾਰ ਚੰਗੇ ਚੰਗੇ ਗੁਣਾਂ ਨੂੰ ਯਾਦ ਕਰਕੇ ਰੋਂਦਾ ਹੈ। ਜਦੋਂ ਨਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਤੇ ਬੀਬੀ ਭਾਨੀ ਦੇ ਕੋਲੇ ਆ ਕੇ ਦਰਾਣੀਆਂ ਜਠਾਣੀਆਂ ਹੋਰ ਸੰਗਤਾਂ ਦੂਰ ਦੂਰ ਦੁਰਾਡੇ ਤੋਂ ਸੰਗਤਾਂ ਆ ਕੇ ਨਾ ਬੀਬੀ ਭਾਨੀ ਦੇ ਕੋਲ ਬਹਿ ਕੇ ਉਹ ਰੋਂਦੀਆਂ ਨੇ। ਤੇ ਬੀਬੀ ਭਾਨੀ ਨੂੰ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਸੀ, ਭਾਨੀਏ ਤੂੰ ਰੋਣਾ ਨਾ। ਮਾਰੇ ਕਹਿੰਦੇ ਤੂੰ ਨਹੀਂ ਰੋਣਾ। ਸੱਚੇ ਪਾਤਸ਼ਾਹ ਤੁਸੀਂ ਸੰਸਾਰ ਵਿੱਚੋਂ ਜਾ ਰਹੇ ਹੋ ਤੇ ਬਚਨ ਬੜਾ ਵੱਡਾ ਕਰ ਰਹੇ ਹੋ। ਮਹਾਰਾਜ ਕਹਿੰਦੇ ਇਹ ਸੰਸਾਰ ਦੀ ਮਿੱਤ ਕਹਿੰਦੇ ਮਰਿਆਦਾ ਹੈ, ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੂੰ ਜਾਣਾ ਪੈਣਾ ਹੈ। ਤੇਰੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਭਾਨੀਏ ਤੂੰ ਬੜੇ ਭਾਗਾਂ ਵਾਲੀ ਹੈ, ਤੇਰਾ ਪਿਓ ਗੁਰੂ ਹੈ। ਆਖੋ ਜੀ ਸਤਿਨਾਮ। ਤੂੰ ਭਾਗਾਂ ਵਾਲੀ ਹੈ, ਤੇਰਾ ਪਿਤਾ ਗੁਰੂ ਹੈ ਤੇ ਉਸ ਗੁਰੂ ਦੀ ਤੂੰ ਸੁਪੁੱਤਰੀ ਹੈ। ਜਿਸ ਗੁਰੂ ਦੇ ਚਰਨਾਂ ਦੀ ਤੂੰ ਸੇਵਾ ਕੀਤੀ ਹੈ, ਸੇਵਾ ਕਰਕੇ ਸ੍ਰੇਸ਼ਟ ਗਿਆਨ ਤੇਰੇ ਹਿਰਦੇ ਵਿੱਚ ਵਾਸ ਕਰਦਾ ਹੈ। ਇਸ ਲਈ ਅਸੀਂ ਤੈਨੂੰ ਕਹਿ ਰਹੇ ਹਾਂ ਤੂੰ ਰੋਈ ਨਾ, ਅਸੀਂ ਸੰਸਾਰ ਤੋਂ ਜਾਣਾ ਹੈ। ਬੀਬੀ ਭਾਨੀ ਨੇ ਹੱਥ ਜੋੜ ਲਏ। ਧੰਨ ਗੁਰੂ ਰਾਮਦਾਸ ਮਹਾਰਾਜ ਪਤੀ ਪਰਮੇਸ਼ਰ ਜਿਵੇਂ ਆਪ ਜੀ ਦਾ ਹੁਕਮ
ਦਰਾਣੀਆਂ ਜਠਾਣੀਆਂ ਸੰਗਤਾਂ ਆਉਂਦੀਆਂ ਨੇ, ਆ ਕੇ ਰੋਂਦੀਆਂ ਨੇ ਬੀਬੀ ਭਾਨੀ ਕੋਲੇ ਬਹਿ ਕੇ। ਪਰ ਬੀਬੀ ਭਾਨੀ ਧੀਰਜਤਾ ਦੇ ਨਾਲ ਬੜੀ ਅਡੋਲ ਅਵਸਥਾ ਵਿੱਚ ਬੈਠੀ ਹੈ, ਇੱਕ ਵੀ ਹੰਝੂ ਅੱਖਾਂ ਵਿੱਚ ਨਹੀਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਨਹੀਂ ਹੈ? ਕਿੱਡਾ ਵੱਡਾ ਜਿਗਰਾ ਹੈ ਵੇਖੋ। ਕਿਉਂਕਿ ਹਿਰਦੇ ਵਿੱਚ ਗੁਰੂ ਕਾ ਬਚਨ, ਆ ਬਚਨ ਗੁਰੂ ਕੀ ਬਾਣੀ, ਉਹ ਵਸ ਗਿਆ ਹੈ। ਸੇਵਾ ਨਾਲ ਜੀਵਨ ਬੜਾ ਉੱਤਮ ਹੋ ਗਿਆ ਹੈ। ਸੁਰਤ ਜਿਹੜੀ ਹੈ ਬੜੀ ਉੱਚੇ ਸਥਾਨ ਤੇ ਨਿਵਾਸ ਕਰਦੀ ਹੈ। ਤੇ ਬੀਬੀ ਭਾਨੀ ਇਸ ਗੱਲ ਨੂੰ ਜਾਣਦੀ ਹੈ ਵੀ ਇਹ ਸੰਸਾਰ ਦੇ ਲੋਕ ਜਾਂ ਸਾਡੇ ਰਿਸ਼ਤੇਦਾਰ ਇਹ ਕਿਉਂ ਰੋਂਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ? ਕਿਉਂਕਿ ਸੱਚੇ ਪਾਤਸ਼ਾਹ ਦੇ ਗੁਣ ਹੀ ਬੜੇ ਚੰਗੇ ਸੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦੇ ਗੁਣ ਬੜੇ ਚੰਗੇ ਚੰਗੇ ਸਨ। ਤੇ ਸੋ ਥਾਂ ਦੀ ਸਾਧ ਸੰਗਤ ਵਿੱਚ ਆ ਕੇ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਨੂੰ, ਇੱਕ ਹੁੰਦਾ ਫਾਰਮੈਲਿਟੀ, ਇੱਕ ਹੁੰਦਾ ਮਨੋਂ ਦਿਲ ਲਾ ਕੇ, ਇੱਕ ਕੰਮ ਤੁਸੀਂ ਫਾਰਮੈਲਿਟੀ ਨਾਲ ਕਰਕੇ ਵੇਖ ਲਿਓ ਤੇ ਇੱਕ ਮਨੋਂ ਲਾ ਕੇ ਵੇਖ ਲਿਓ। ਜਿਹੜਾ ਮਨੋਂ ਕੀਤਾ ਹੋਵੇਗਾ ਤੁਸੀਂ ਵਾਰ-ਵਾਰ ਉਹਨੂੰ ਵੇਖੋਗੇ। ਮਨੋਂ ਕੀਤਾ ਹੋਵੇਗਾ ਨਾ, ਉਹਨੂੰ ਵਾਰ-ਵਾਰ ਵੇਖੋਗੇ ਵੀ ਇਹ ਕੰਮ ਮੈਂ ਕੀਤਾ, ਵਾਰ-ਵਾਰ ਦਿਲ ਕਰੇਗਾ। ਤੇ ਜਿਹੜਾ ਫਾਰਮੈਲਿਟੀ ਨਾਲ ਕੀਤਾ ਹੋਇਆ ਉਹਨੂੰ ਇੱਕ ਵਾਰੀ ਵੇਖ ਕੇ ਕਹਿੰਦੇ ਵੀ ਠੀਕ ਹੀ, ਉਹ ਪੱਦਾ ਰੁੱਧੀ ਹੁੰਦਾ ਨਾ, ਵੱਜਿਆ ਹੋਇਆ ਬੰਦਾ ਕੰਮ ਕਰਦਾ ਹੈ, ਉਹਦੇ ਵਿੱਚ ਇੰਟਰਸਟ ਨਹੀਂ ਬਣੇਗਾ, ਉਹਦੇ ਵਿੱਚ ਰਸ ਨਹੀਂ ਬਣੇਗਾ। ਜਿਹੜਾ ਤੁਸੀਂ ਮਨੋਂ ਕਾਰਜ ਕੀਤਾ ਹੈ, ਦਿਲ ਲਾ ਕੇ ਕਾਰਜ ਕੀਤਾ ਹੈ, ਉਹ ਵਾਰ-ਵਾਰ ਉਹ ਕੰਮ ਤੁਹਾਨੂੰ ਸੋਹਣਾ ਲੱਗੇਗਾ। ਸੇਵਾ ਦਾ ਰੀਜ਼ਨ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਜਦੋਂ ਕੋਈ ਮਨ ਲਾ ਕੇ ਸੇਵਾ ਕਰਦਾ ਹੈ ਜਾਂ ਕਹਿ ਲਓ ਮਨ ਲਾ ਕੇ ਬਾਣੀ ਪੜ੍ਹਦਾ ਹੈ ਤੇ ਉਹ ਫਿਰ ਵਾਰ-ਵਾਰ ਉਸੇ ਤਰ੍ਹਾਂ ਹੀ ਰਿਪੀਟ ਮੁਤਾਬਕ ਰੋਜ਼ਾਨਾ ਹੀ ਆ ਕੇ ਉਸੇ ਢੰਗ ਨਾਲ ਹੀ ਸੇਵਾ ਕਰਦਾ ਨਜ਼ਰ ਆਵੇਗਾ, ਉਸੇ ਢੰਗ ਨਾਲ ਹੀ ਬਾਣੀ ਪੜ੍ਹਦਾ ਨਜ਼ਰ ਆਵੇਗਾ, ਉਸੇ ਢੰਗ ਨਾਲ ਹੀ ਉਹਦਾ ਆਪਣੇ ਘਰ ਵਿੱਚ ਹੀ ਨਿਤਨੇਮ ਬਣ ਜਾਂਦਾ ਹੈ। ਉਹ ਆਪਣੇ ਉਸੇ ਢੰਗ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦਾ ਹੈ। ਇਸ਼ਨਾਨ ਕਰਕੇ ਪਰਮੇਸ਼ਰ ਨੂੰ, ਰੱਬ ਨੂੰ ਯਾਦ ਕਰਦਾ ਹੈ, ਸਾਧ ਸੰਗਤ ਦੀ ਭਾਲ ਕਰਦਾ ਹੈ। ਕਿਉਂਕਿ ਸੰਗਤ ਵਿੱਚੋਂ ਬੜੇ ਸੋਹਣੇ ਸੋਹਣੇ ਗੁਣ ਮਿਲਦੇ ਨੇ। ਕੁਝ ਸੰਗਤ ਵਿੱਚੋਂ ਭੈੜੇ ਔਗਣ ਮਿਲਦੇ ਨੇ। ਤੇ ਸਾਧ ਸੰਗਤ ਜੇ ਹੁਣ ਸਰੀਰ ਅੰਦਰ ਚੰਗੇ ਗੁਣ ਵੀ ਨੇ, ਮਾਰੇ ਕਹਿੰਦੇ ਚੰਗੇ ਗੁਣ ਤਾਂ ਹੈ ਨੇ ਪਰ ਹਉਮੈ ਨਹੀਂ ਛੱਡੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਉਮੈ ਦਾ ਨਾਸ, ਨਾਮ ਦਾ ਨਿਵਾਸ, ਹਉਮੈ ਦਾ ਨਾਸ ਤਾਂ ਹੀ ਹੈ। ਹੰਕਾਰ ਨੂੰ ਛੱਡ ਦੇ ਮਾਰੇ ਕਹਿੰਦੇ ਫਿਰ ਤੇਰੇ ਜਿਹੜੇ ਚੰਗੇ ਗੁਣ ਨੇ ਉਹ ਸੰਸਾਰ ਨੂੰ ਨਜ਼ਰ ਆਉਣਗੇ। ਤੇਰੇ ਅੰਦਰ ਤਾਂ ਹੈ ਨੇ, ਫਿਰ ਉਹ ਸੰਸਾਰ ਨੂੰ ਚਾਰ ਯੁੱਗਾਂ ਵਿੱਚ ਪ੍ਰਗਟ ਹੋ ਜਾਣਗੇ। ਉਹ ਫਿਰ ਤੇਰੀ ਜਿਹੜੀ ਖੁਸ਼ਬੂ ਹੈ ਉਹ ਹਰ ਇੱਕ ਨੂੰ ਉਹਦੀ ਜਿਹੜੀ ਸੁਗੰਧੀ ਹੈ ਮਹਿਸੂਸ ਹੋਵੇਗੀ। ਹਰ ਇੱਕ ਨੂੰ ਤੇਰੇ ਬੋਲ ਪਿਆਰੇ ਲੱਗਣਗੇ। ਮਹਾਰਾਜ ਦਾ ਬਚਨ ਹੈ ਉਸ ਰਸਨਾ ਤੇ ਰਸ ਆ ਜਾਏਗਾ। ਤੇ ਜਿੱਥੇ ਔਗਣ ਨੇ ਉਸ ਰਸਨਾ ਤੇ ਪਿਆਰਿਓ ਰਸ ਨਹੀਂ ਹੈ, ਉਹ ਰਸਨਾ ਫਿੱਕੀ ਹੈ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਕੋਈ ਫਿੱਕਾ ਬੋਲਦਾ ਨਾਨਕ ਫਿੱਕਾ ਬੋਲੀ ਹੈ, ਤਨ ਮਨ ਫਿੱਕਾ ਹੋਏ, ਫਿੱਕਾ ਹੋਏ। ਸੁਣਨ ਵਾਲੇ ਦਾ ਵੀ ਤਨ ਮਨ ਫਿੱਕਾ ਹੀ ਹੋ ਜਾਂਦਾ ਹੈ। ਫਿੱਕੋ ਫਿੱਕੀ ਸੱਟੀ ਹੈ, ਫਿੱਕੀ ਦਰਗਾਹ ਸੋਈ। ਮਹਾਰਾਜ ਕਹਿੰਦੇ ਪਿਆਰਿਓ ਜੇ ਰਸਨਾ ਦੇ ਨਾਲ ਮਿੱਠਾ ਬੋਲ ਬੋਲਾਂਗੇ, ਰਸਨਾ ਨਾਲ ਬਾਣੀ ਵਾਲੇ ਪ੍ਰਵਚਨ ਬੋਲਾਂਗੇ,
ਹਰ ਇੱਕ ਨੂੰ ਭਾ ਜਾਣਗੇ, ਹਰ ਇੱਕ ਨੂੰ ਚੰਗੇ ਲੱਗਣਗੇ। ਤੇ ਜੇ ਹੁਣ ਚੰਗਿਆਈ ਕੇਵਲ ਆਪਣੇ ਕੋਲ ਹੈ, ਰਸਨਾ ਤੇ ਸਵਾਦ ਨਹੀਂ ਹੈ, ਰਸ ਨਹੀਂ ਹੈ, ਫਿਰ ਉਹ ਸਮਾਂ ਦੂਰ ਨਹੀਂ ਹੈ ਜਦੋਂ ਜੀਵਨ ਵਿੱਚ ਹੰਕਾਰ ਤੇ ਹਉਮੈ ਵੱਧ ਜਾਵੇਗੀ। ਇਹ ਮਾਰੇ ਕਹਿੰਦੇ ਚੰਗੇ ਗੁਣ ਰੱਬ ਫਿਰ ਖੋਹ ਲੈਂਦਾ ਹੈ। ਮਹਾਰਾਜ ਵੀ ਚੰਗੇ ਗੁਣ ਰਹਿਣ ਨਹੀਂ ਦਿੰਦਾ, ਖਤਮ ਕਰ ਦਿੰਦਾ ਹੈ। ਇਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ ਸਾਰਾ ਕੁਝ। ਚੰਗਿਆਈ ਅਲ ਕਰੇ, ਬੁਰਿਆਈ ਹੋਏ ਸ਼ੇਰ। ਚੰਗਿਆਈ ਜਿਹੜੀ ਹੈ ਆਉਂਦੀ ਬੜੀ ਦੇਰ ਨਾਲ ਹੈ, ਬੁਰਿਆਈ ਤੇ ਬੜੀ ਛੇਤੀ ਜੀਵ ਉੱਪਰ ਹਾਵੀ ਹੋ ਜਾਂਦੀ ਹੈ। ਖੋ ਲੈਂਦੇ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ, 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 ਖੋ ਲੈਂਦੇ ਚੰਗਿਆਈਆਂ, 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 ਜੀ ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ, ਖੋ ਲੈਂਦੇ ਚੰਗਿਆਈਆਂ ਵਾਹਿਗੁਰੂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ ਵਾਹਿਗੁਰੂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ ਵਾਹਿਗੁਰੂ, ਖੋ ਲੈਂਦੇ ਚੰਗਿਆਈਆਂ, ਖੋ ਲੈਂਦੇ ਚੰਗਿਆਈਆਂ ਵਾਹਿਗੁਰੂ ਨਾਲੋਂ, 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 ਖੋ ਲੈਂਦੇ ਚੰਗਿਆਈਆਂ ਵਾਹਿਗੁਰੂ ਨਾਲੋਂ। ਜਿਹੜੇ ਹਉਮੈ ਨਾਲ ਭਰ ਗਏ, ਹੰਕਾਰ ਨਾਲ ਭਰ ਗਏ, ਜਿਨ੍ਹਾਂ ਨੇ ਰੱਬ ਦਾ ਚੇਤਾ ਭੁਲਾ ਦਿੱਤਾ, ਜਿਨ੍ਹਾਂ ਨੂੰ ਪਰਮਾਤਮਾ ਯਾਦ ਨਹੀਂ ਹੈ, ਮਾਰੇ ਕਹਿੰਦੇ ਉਹਨਾਂ ਦੀਆਂ ਫਿਰ ਚੰਗਿਆਈਆਂ ਖੁੱਸ ਜਾਂਦੀਆਂ ਨੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੇਰ ਨਹੀਂ ਲੱਗਦੀ ਹੈ। ਨਦਰ ਪੱਠੀ ਜੇ ਕਰੇ ਸੁਲਤਾਨਾ, ਆਹੋ ਕਰਾਇੰਦਾ, ਆਹੋ ਕਰਾਇੰਦਾ, ਦਰ ਮੰਗਨ ਵੇਖ ਨਾ ਪਾਏਗਾ, ਵੇਖ ਨਾ ਪਾਏਗਾ। ਰੱਬ ਆਪਣੀ ਨਦਰ ਫੇਰ ਲੈਂਦਾ ਉਹਨਾਂ ਵੱਲੋਂ। ਮੰਗਿਆਂ ਦੇ ਕੋਈ ਭੀਖ ਨਹੀਂ ਦਿੰਦਾ ਹੈ। ਸਾਧ ਸੰਗਤ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਜੀਵ ਬੰਨਿਆ ਹੋਇਆ ਹੈ, ਉਹਦੇ ਹੁਕਮ ਵਿੱਚ ਹੀ ਚਲਿਆ ਜਾਣਾ ਹੈ।
ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚੋਂ ਕੁਝ ਸਿੱਖਿਆ ਲਈਏ। ਧੰਨ ਗੁਰੂ ਰਾਮਦਾਸ ਮਹਾਰਾਜ ਚੂਨਾ ਮੰਡੀ ਲਾਹੌਰ, ਪਿਤਾ ਹਰਿਦਾਸ, ਮਾਤਾ ਦਇਆ ਕੌਰ ਦੀ ਪਾਵਨ ਕੁੱਖ ਤੋਂ ਸਾਧ ਸੰਗਤ 1581 ਬਿਕਰਮੀ 1534 ਈਸਵੀ ਦੋ ਘੜੀ ਪਲ ਰਹਿਣ ਤੇ 3 ਵੀਰਵਾਰ 26 ਅੱਸੂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਪਲੇਠੀ ਦਾ ਪੁੱਤਰ ਹੋਣ ਕਰਕੇ ਮਾਤਾ ਪਿਤਾ ਜੀ ਨੇ ਭਾਈ ਜੇਠਾ ਜੀ ਨਾਮ ਰੱਖਿਆ। ਕਮਾਲ ਦਾ ਜੀਵਨ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ। 5 ਸਾਲ ਦੀ ਉਮਰ ਸੀ ਤੇ ਮਾਤਾ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਅਨਾਥ ਹੋ ਗਏ ਸਤਿਗੁਰੂ। ਹੁਣ ਨਾਨਕੀ ਪਰਿਵਾਰ ਰਹਿੰਦਾ ਸੀ ਜ਼ਿਲ੍ਹਾ ਬਾਸਰਕੇ ਵਿਖੇ। ਆਪਣੀ ਨਾਨੀ ਜੀ ਕੋਲੇ ਆ ਗਏ ਭਾਈ ਜੇਠਾ ਜੀ। ਨਾਨੀ ਨੇ ਕੀ ਕਰਨਾ, ਛਾਬੇ ਵਿੱਚ ਘੁੰਗਣੀਆਂ ਬਣਾ ਕੇ ਪਾ ਦੇਣੀਆਂ, ਜਾ ਜੇਠਿਆ ਵੇਚਿਆ। ਭਾਈ ਜੇਠੇ ਨੇ ਘੁੰਗਣੀਆਂ ਵੇਚਣੀਆਂ ਤੇ ਸਾਧ ਸੰਗਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਮਿਲਾਪ ਹੋਇਆ। ਐਸੀ ਮਿਹਰ ਹੋ ਗਈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਕਰ ਦਿੱਤਾ 1622 ਬਿਕਰਮੀ ਨੂੰ। ਜਿੱਥੇ ਭਾਈ ਜੇਠਾ ਜੀ ਟੋਕਰੀ ਢੋਣ ਦੀ ਸੇਵਾ ਕਰਦੇ ਨੇ, ਬੀਬੀ ਭਾਨੀ ਵੀ ਸੇਵਾ ਕਰਦੀ ਹੈ। ਸੇਵਾ ਇਤਨੀ ਮਹਾਨ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਇਸ਼ਨਾਨ ਆਪਣੇ ਹੱਥੀਂ ਬੀਬੀ ਭਾਨੀ ਨੇ ਕਰਾਉਣਾ। ਇੱਕ ਦਿਨ ਦਾ ਸਮਾਂ ਸੀ, ਅੰਮ੍ਰਿਤ ਵੇਲੇ ਚੌਂਕੀ ਦਾ ਪਾਵਾ ਟੁੱਟ ਗਿਆ। ਬੀਬੀ ਭਾਨੀ ਇਸ਼ਨਾਨ ਕਰਾ ਰਹੇ ਸਨ, ਆਪਣਾ ਹੱਥ ਥੱਲੇ ਕਰ ਦਿੱਤਾ ਚੌਂਕੀ ਦੇ। ਤਿੱਖਾ ਕਿੱਲ ਬੀਬੀ ਭਾਨੀ ਦੇ ਹੱਥ ਨੂੰ ਚੀਰ ਕੇ ਲੰਘ ਗਿਆ। ਖੂਨ ਦੀ ਧਾਰਾ ਵਗੀ, ਪਾਣੀ ਖੂਨ ਇੱਕ ਹੋ ਗਏ। ਬਾਬੇ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਪਾਣੀ ਦਾ ਰੰਗ ਲਾਲ ਕਿਉਂ। ਜਦੋਂ ਨਿਗਾਹ ਮਾਰੀ, ਚੌਂਕੀ ਦਾ ਪਾਵਾ ਟੁੱਟ ਗਿਆ, ਪਰ ਗੁਰੂ ਕੀ ਸਮਾਧੀ ਵਿੱਚ ਵਿਘਨ ਨਹੀਂ ਪੈਣ ਦਿੱਤਾ, ਸੇਵਾ ਵਿੱਚ ਵਿਘਨ ਨਹੀਂ ਪੈਣ ਦਿੱਤਾ। ਗੁਰੂ ਜੀ ਪ੍ਰਸੰਨ ਹੋਏ। ਭਾਨੀਏ ਅੱਜ ਕੁਝ ਮੰਗ ਲੈ ਮਹਾਰਾਜ, ਗੁਰੂ ਨਾਨਕ ਦੇ ਘਰ ਵਿੱਚੋਂ ਖੁਸ਼ੀਆਂ ਮਿਲਣਗੀਆਂ। ਬੀਬੀ ਭਾਨੀ ਨੇ ਮਹਾਰਾਜ ਕੋਲ ਮੰਗਿਆ, ਪਿਤਾ ਜੀ ਜੇ ਤੁਠੇ ਹੋ ਕਿਰਪਾ ਕਰ ਦਿਓ, ਘਰ ਦੀ ਘਰ ਵਿੱਚ ਰਹਿ ਜਾਵੇ। ਤੇ ਮਹਾਰਾਜ ਨੇ ਇੱਕ ਗੱਲ ਆਖੀ ਸੀ, ਕਹਿੰਦੇ ਭਾਨੀਏ ਹੈ ਬੜਾ ਔਖਾ ਕਾਰਜ, ਜੇ ਘਰ ਦੀ ਘਰ ਵਿੱਚ ਰੱਖਣੀ ਹੈ ਭਾਵ ਕਿਸੇ ਗੁਰਤਾ ਗੱਦੀ, ਫਿਰ ਜੀਵਨ ਵਿੱਚ ਦੁੱਖ ਬੜੇ ਆਉਣੇ ਨੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਭਾਨੀਏ ਦੁੱਖ ਬੜੇ ਉਠਾਉਣੇ ਪੈਣਗੇ। ਸਮਾਵੇਗਾ ਤੇਰਾ ਪੁੱਤਰ ਤੱਤੀ ਤਵੀ ਤੇ ਵੀ ਬਹਿਵੇਗਾ, ਬਹਿਣਾ ਪੈ ਜਾਣਾ ਤੱਤੀ ਤਵੀ ਤੇ।
ਤੇਰਾ ਪੋਤਰਾ ਜੰਗ ਜੁੱਧ ਵੀ ਕਰੇਗਾ। ਸਮਾਂ ਆਵੇਗਾ ਸਾਹਿਬਜ਼ਾਦੇ ਨੀਹਾਂ ਵਿੱਚ ਸ਼ਹਾਦਤਾਂ ਦੇ ਜਾਮ ਪੀਣਗੇ। ਮਹਾਰਾਜ ਕਹਿੰਦੇ ਲੜੀ ਟੁੱਟਣੀ ਨਹੀਂ ਹੈ, ਦੁੱਖਾਂ ਦੇ ਪਹਾੜ ਖੜੇ ਨੇ ਤੇਰੇ ਅੱਗੇ ਪਾਨੀਏ, ਉਠਾ ਲਵੇਂਗੀ ਝੋਲੀ ਕਰ ਲਈ। ਮਹਾਰਾਜ ਦੁਨੀਆ ਭਰ ਦੇ ਦੁੱਖ ਮੇਰੀ ਝੋਲੀ ਵਿੱਚ ਪਾ ਦਿਓ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਬੜੇ ਖੁਸ਼ ਹੋਏ, ਕਹਿ ਦਿੱਤਾ ਠੀਕ ਹੈ, ਪਰ ਪਰਖ ਹੋਵੇਗੀ। ਪਰਖ ਤੋਂ ਬਿਨਾ ਗੁਰੂ ਨਾਨਕ ਦੇ ਘਰ ਦਾ ਵਾਰਿਸ ਬਣਨਾ ਸੌਖੀ ਗੱਲ ਨਹੀਂ ਹੈ। ਪਰਖ ਹੋਈ ਕਿਉਂਕਿ ਮਹਾਰਾਜ ਦੀਆਂ ਦੋ ਸਪੁੱਤਰੀਆਂ ਸੀ, ਬੀਬੀ ਭਾਨੀ, ਬੀਬੀ ਦਾਨੀ। ਭਾਈ ਜੇਠਾ ਜੀ, ਭਾਈ ਰਾਮਾ ਜੀ, ਦੋ ਜਵਾਈ ਮਹਾਰਾਜ ਦੇ। ਇਹ ਥੜੇ ਬਣਾਉਣ ਦੀ ਪਰਖ ਹੋਈ ਜੀ। ਅੱਜ ਮਹਾਰਾਜ ਦਾ ਜੋਤੀ ਜੋਤ ਦਿਵਸ ਹੈ। ਆਪਾਂ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਵਿੱਚੋਂ ਕੁਝ ਸਿੱਖਿਆ ਲੈਣਾ। ਪਰਖ ਹੋਈ, ਥੜੇ ਬਣਾਉਣ ਦਾ ਹੁਕਮ ਹੋਇਆ, ਥੜੇ ਬਣ ਗਏ। ਪਹਿਲੇ ਦਿਨ ਮਹਾਰਾਜ ਆਏ, ਬਾਰੇ ਕਹਿੰਦੇ ਪਸੰਦ ਹੀ ਨਹੀਂ। ਆਖੋ ਜੀ ਸਤਿਨਾਮ। ਜਿਹੋ ਜੇ ਬਣਾਏ ਨੇ, ਜਿਹੋ ਜੇ ਦੱਸੀ ਜੀ, ਉਹੋ ਜੇ ਬਣਾਏ ਨਹੀਂ ਤੁਸੀਂ। ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਨੇ ਤੇ ਹੱਥ ਜੋੜਦੇ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਹੋਵਾਂਗਾ। ਤੇ ਭਾਈ ਰਾਮਾ ਜੀ ਕੁਝ ਆਪਣੇ ਮਨ ਨਾਲ ਗੱਲਾਂ ਕਰਦੇ ਨੇ ਵੀ ਜਿਹੋ ਜਿਹਾ ਦੱਸਿਆ ਸੀ ਬਣਾਇਆ ਤੇ ਉਹੋ ਜਿਹਾ ਹੀ ਹੈ। ਮਹਾਰਾਜ ਦੀ ਉਮਰ ਵਡੇਰੀ ਹੋ ਗਈ ਹੈ, ਕਹਿ ਕੇ ਭੁੱਲ ਗਏ, ਯਾਦ ਨਹੀਂ ਰਿਹਾ ਮਹਾਰਾਜ ਨੂੰ। ਬਣਾਇਆ ਤੇ ਉਹੋ ਜਿਹਾ ਹੀ ਜਿਹੋ ਜਿਹਾ ਦੱਸਿਆ ਸੀ। ਮਹਾਰਾਜ ਚਲੇ ਗਏ, ਇੰਨੀ ਗੱਲ ਕਹਿ ਕੇ ਦੂਜਾ ਦਿਨ ਫੇਰ ਹੋਇਆ, ਥੜੇ ਬਣਾਏ ਗਏ। ਮਹਾਰਾਜ ਕਹਿੰਦੇ ਢਾਹ ਦਿੱਤੇ ਸੀ। ਹਾਂ ਮਹਾਰਾਜ ਬਣਾ ਦਿੱਤੇ ਨੇ। ਮਹਾਰਾਜ ਕਹਿੰਦੇ ਫੇਰ ਉਹੋ ਜਿਹੇ ਨਹੀਂ ਬਣੇ। ਭਾਈ ਜੇਠਾ ਜੀ ਨੇ ਸਿਰ ਨੀਵਾਂ ਕਰ ਲਿਆ, ਪਰ ਭਾਈ ਰਾਮਾ ਜੀ ਕਹਿਣ ਲੱਗੇ ਮਹਾਰਾਜ ਇੰਨੀ ਮਿਹਨਤ ਕੀਤੀ ਹੈ, ਢਾਹ ਕੇ ਦੁਆਰਾ ਬਣਾਏ ਨੇ, ਦੱਸੋ ਕਿੱਥੇ ਕੁ ਸਹੀ ਨੋਕ ਨਹੀਂ ਹੈ, ਸਹੀ ਕਿਨਾਰਾ ਨਹੀਂ ਹੈ, ਸਹੀ ਮਿੱਟੀ ਨਹੀਂ ਲੱਗੀ ਹੋਈ, ਦੱਸੋ ਤੇ ਸੀ। ਮਹਾਰਾਜ ਕੁਝ ਨਹੀਂ ਬੋਲੇ, ਚਲੇ ਗਏ। ਤੀਸਰਾ ਦਿਨ ਫਿਰ ਢਾਹ ਕੇ ਬਣਾਏ। ਅੱਜ ਮਹਾਰਾਜ ਵੇਖਦੇ ਨੇ, ਜਦੋਂ ਹਜੇ ਮਹਾਰਾਜ ਨੇ ਕਹਿਣਾ ਹੀ ਸੀ ਵੀ ਠੀਕ ਨਹੀਂ, ਤੇ ਭਾਈ ਰਾਮਾ ਬੋਲ ਪਿਆ, ਕਹਿਣ ਲੱਗੇ ਅੱਜ ਤੇ ਠੀਕ ਹੀ ਨੇ, ਅੱਜ ਨਹੀਂ ਕਹਿਣ ਲੱਗੇ ਢਾਹ ਦਿਓ। ਤੇ ਮਹਾਰਾਜ ਜਾਣ ਗਏ ਸਨ ਵੀ ਭਾਈ ਰਾਮਾ ਜੀ ਦੇ ਮਨ ਵਿੱਚ ਮਾਣ ਹੈ ਵੀ ਮੈਂ ਗੁਰੂ ਕਾ ਜਵਾਈ ਹਾਂ, ਪਰ ਮਾਣ ਗੁਰੂ ਨੂੰ ਪਾਉਂਦਾ ਨਹੀਂ ਹੈ। ਮਾਣ ਨਹੀਂ ਚੰਗਾ ਲੱਗਦਾ। ਕਾਹਦਾ ਮਾਣ ਹੈ? ਮਾਣ ਵਾਲਿਆਂ ਨੂੰ ਗੁਰੂ ਕੀ ਖੁਸ਼ੀ ਨਹੀਂ ਮਿਲਦੀ। ਇੱਥੇ ਸੇਵਾ ਵਾਲੇ ਪਰਵਾਨੇ ਗਏ ਨੇ, ਇੱਥੇ ਚਾਕਰੀ ਵਾਲੇ ਪਰਵਾਨੇ ਗਏ ਨੇ, ਜਿਨ੍ਹਾਂ ਮੈਂ ਮੇਰੀ ਛੱਡ ਦਿੱਤੀ। ਵਿਸਥਾਰ ਪੂਰਵਕ ਸਮਝਿਓ, ਮਹਾਰਾਜ ਨੇ ਗੁਰਤਾ ਗੱਦੀ ਦਾ ਤਿਲਕ ਭਾਈ ਜੇਠਾ ਜੀ ਨੂੰ ਲਾ ਦਿੱਤਾ। ਮਹਾਰਾਜ ਜਾਣਦੇ ਸੀ ਵੀ ਜਿਹੜੀ ਨਾਮ ਦੀ ਆਵਾਜ਼ ਹੈ, ਬਾਣੀ ਦੀ ਆਵਾਜ਼ ਹੈ, ਸੇਵਾ ਦੀ ਆਵਾਜ਼ ਹੈ, ਭਾਈ ਜੇਠਾ ਜੀ ਦੇ ਜੀਵਨ ਵਿੱਚ ਹੈ। ਗੁਰੂ ਜੀ ਨੇ ਨਮਸਕਾਰ ਕਰ ਦਿੱਤੀ। 5 ਪੈਸੇ ਨਾਰੀਅਲ ਰੱਖ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਗੁਰਤਾ ਗੱਦੀ ਦਾ ਤਿਲਕ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਨੂੰ ਲਾ ਦਿੱਤਾ। ਆਪਣੀ ਰਹਿੰਦੀ ਆਰਜ਼ੂ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਭਾਈ ਜੇਠਾ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸੰਗਤਾਂ ਨੇ ਗੁਰੂ ਜੀ ਦਾ ਦਰਸ਼ਨ ਕਰਨ ਆਉਣਾ। ਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਾਣੀ ਦਾ ਉਚਾਰਨ ਕਰਨਾ। ਧਿਆਨ ਰੱਖਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 30 ਰਾਗ 8 ਵਾਰਾਂ, ਵੈਸੇ 22 ਵਾਰਾਂ ਨੇ, 8 ਵਾਰਾਂ 30 ਰਾਗ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਆਖੋ ਜੀ ਸਤਿਨਾਮ। ਸਭ ਤੋਂ ਵੱਧ ਬਾਣੀ, ਇੰਨੇ ਬਾਣੀ ਦੇ ਰਸੀਏ ਗੁਰੂ ਰਾਮਦਾਸ ਮਹਾਰਾਜ। ਤੇ
ਤੇ ਸਾਧ ਸੰਗਤ ਮਹਾਰਾਜ ਦੇ ਘਰ ਵਿੱਚ 3 ਸੁਪੁੱਤਰ ਪੈਦਾ ਹੋਏ, ਬਾਬਾ ਪਿਰਥੀ ਚੰਦ ਜੀ, ਭਾਈ ਮਹਾਦੇਵ ਜੀ ਔਰ ਗੁਰੂ ਅਰਜਨ ਦੇਵ ਮਹਾਰਾਜ। ਹੁਣ ਸਤਿਗੁਰੂ ਮਹਾਰਾਜ ਜਾਣਦੇ ਸਨ ਗੁਰਤਾ ਗੱਦੀ ਦਾ ਮਾਲਕ ਕੌਣ ਹੈ। ਭਾਈ ਪਿਰਥੀ ਚੰਦ ਵੀ ਸੇਵਾ ਬਹੁਤ ਕਰਦਾ ਸੀ। ਭਾਈ ਮਹਾਦੇਵ ਅਵਧੂਤ ਬਿਰਤੀ ਦਾ ਸੀ, ਮਸਤ ਬਿਰਤੀ ਵਿੱਚ ਰਹਿੰਦਾ ਸੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਵਾਰਸ ਸੀ, ਦੁਇਤਾ ਬਾਣੀ ਕਾ ਬੁਰਥਾ, ਬਾਣੀ ਦੇ ਜਹਾਜ਼ ਗੁਰੂ ਅਰਜਨ ਦੇਵ ਮਹਾਰਾਜ। ਰਹੋ ਵਿਚਾਰ, ਗੁਰੂ ਜੀ ਦੀ ਪਰਖ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਾਸ ਹੋ ਗਏ। ਮਹਾਰਾਜ ਨੇ ਮਨ ਬਣਾ ਲਿਆ, ਗੁਰਤਾ ਗੱਦੀ ਦਾ ਤਿਲਕ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾ ਦੇਣਾ ਹੈ। ਪਰ ਇੱਥੇ ਨਹੀਂ ਲਾਉਣਾ, ਇੱਥੇ ਤੇ ਪਿਰਥੀ ਚੰਦ ਵੈਰੀ ਬਣਿਆ ਹੋਇਆ, ਸੇਵਾ ਤਾਂ ਕਰਦਾ ਹੈ ਪਰ ਮਨ ਵਿੱਚ ਕਪਟ ਰੱਖ ਕੇ ਸੇਵਾ ਕਰਦਾ ਹੈ। ਤੇ ਕਪਟ ਜਿਹੜਾ ਹੈ, ਛਲ ਜਿਹੜਾ ਹੈ, ਫਰੇਬ ਜਿਹੜਾ ਹੈ, ਇਹ ਗੁਰੂ ਨੂੰ ਚੰਗਾ ਨਹੀਂ ਲੱਗਦਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਹੀ। ਗੁਰੂ ਦਾ ਸ਼ਬਦ ਹਉਮੈ ਨੂੰ ਛੱਡ ਕੇ ਕਮਾਇਆ ਜਾਂਦਾ ਹੈ, ਤੇ ਕਮਾਇਆ ਹੈ ਗੁਰੂ ਕਾ ਬਚਨ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ, ਜਿਹੜੇ ਹਰ ਸਮੇਂ ਬਾਣੀ ਦੇ ਨਾਲ ਭਰਪੂਰ ਸਨ। ਸਾਨੂੰ ਇਹ ਸਿੱਖਿਆ ਮਿਲਦੀ ਹੈ, ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ। ਹਉਮੈ ਨੂੰ ਮਾਰ ਕੇ ਗੁਰਾਂ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਗੁਰਾਂ ਦੀ ਕਰ ਲੈ ਸੇਵਾ। 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 ਹਉਮੈ ਨੂੰ ਮਾਰ ਕੇ ਹਉਮੈ ਨੂੰ ਮਾਰ ਕੇ ਗੁਰਾਂ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਗੁਰਾਂ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਸਤਿਗੁਰ ਦੀ ਕਰ ਲੈ ਸੇਵਾ। ਹਉਮੈ ਨੂੰ ਮਾਰ ਕੇ ਗੁਰਾਂ ਦੀ ਕਰ ਲੈ ਸੇਵਾ। ਗੁਰਾਂ ਦੀ ਕਰ ਲੈ ਸੇਵਾ। ਇਹ ਮਹਾਰਾਜ ਕਹਿੰਦੇ ਸਾਂ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਫਿਰ ਪਾਪ ਵੀ ਖਤਮ ਹੋ ਜਾਂਦੇ ਨੇ ਜੇ ਸੇਵਾ ਗੁਰੂ ਨੂੰ ਪਾ ਜਾਵੇ। ਅੰਮ੍ਰਿਤ ਵੇਲਾ ਹੋਇਆ, ਮਾਰੇ ਕਹਿੰਦੇ ਭਾਨੀਏ ਭਾਈ ਗੁਰਦਾਸ ਜੀ ਨੂੰ ਬੁਲਾ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ। ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਸਤਿਕਾਰ, ਵੱਡੇ ਸੀ, ਸਿਆਣੇ ਸੀ ਗੁਰੂ ਘਰ ਵਿੱਚ।
ਬੀਬੀ ਭਾਨੀ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾ ਲਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਲਿਆ ਤੇ ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਜੀ, ਕਹਿੰਦੇ ਬਾਬਾ ਬੁੱਢਾ ਜੀ ਗੁਰਤਾ ਗੱਦੀ ਦਾ ਤਿਲਕ ਲਾਉਣਾ ਹੈ, ਸਾਡਾ ਅੰਤਮ ਸਮਾਂ ਆ ਗਿਆ, ਅਸੀਂ ਹੁਣ ਸੰਸਾਰ ਤੋਂ ਜਾਣਾ ਹੈ। ਬਾਬਾ ਬੁੱਢਾ ਜੀ ਦੇ ਨੇਤਰ ਭਰ ਆਏ, ਭਾਈ ਗੁਰਦਾਸ ਜੀ ਦੇ ਨੇਤਰ ਭਰ ਆਏ, ਬੀਬੀ ਭਾਨੀ ਜੀ ਦੇ ਨੇਤਰ ਭਰ ਆਏ। ਮਹਾਰਾਜ ਤੁਸੀਂ ਸੰਸਾਰ ਤੋਂ ਜਾਣਾ ਹੈ। ਗੁਰੂ ਜੀ ਕਹਿੰਦੇ ਸਾਡੀ ਜੋਤ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਟਿਕਾ ਦੇਣੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਹੁਣ ਸਮਾਂ ਆ ਗਿਆ ਹੈ, ਅਸੀਂ ਰਹਿਣਾ ਨਹੀਂ ਹੈ। ਫਿਰ ਮਹਾਰਾਜ ਕੀ ਆਗਿਆ ਹੈ? ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਇੱਥੇ ਤੇ ਪਿਰਥੀ ਚੰਦ ਗੁਰੂ ਕਾ ਵੈਰੀ ਬਣਿਆ, ਬੜਾ ਉਹਦੇ ਮਨ ਵਿੱਚ ਛਲ ਕਪਟ ਹੈ ਸਾਡਾ ਇਸ ਪੁੱਤਰ। ਮਹਾਰਾਜ ਫਿਰ ਮਾਰੇ ਕਹਿੰਦੇ ਜੇ ਇੱਥੇ ਆਪਾਂ ਗੁਰਤਾ ਗੱਦੀ ਦਾ ਤਿਲਕ ਲਾਇਆ ਨਾ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਿਰਥੀ ਚੰਦ ਨੇ ਸੰਗਤਾਂ ਦੇ ਮਨ ਤੋੜ ਦੇਣੇ ਨੇ, ਮਨ ਦੁਖੀ ਕਰ ਦੇਣੇ ਨੇ, ਰੌਲਾ ਪਾ ਲੈਣਾ ਉਹਨੇ। ਫਿਰ ਮਹਾਰਾਜ ਗੁਰੂ ਜੀ ਕਹਿਣ ਲੱਗੇ ਇਸ ਤਰ੍ਹਾਂ ਕਰੋ, ਆਪਾਂ ਸ੍ਰੀ ਗੋਇੰਦਵਾਲ ਸਾਹਿਬ ਚੱਲਦੇ ਹਾਂ। ਤੇ ਗੋਇੰਦਵਾਲ ਸਾਹਿਬ ਬੀਬੀ ਭਾਨੀ ਜੀ ਦੇ ਪੇਕੇ ਘਰ ਸਨ। ਮਾਰੇ ਕਹਿੰਦੇ ਭਾਨੀ ਆਪਾਂ ਆਪਣੇ ਘਰ ਚੱਲਦੇ ਹਾਂ, ਤਿਆਰੇ ਖਿੱਚ ਲਵੋ। ਸਾਰੇ ਤਿਆਰ ਹੋ ਗਏ। ਪਿਆਰ ਵਾਲੇ ਸਿੱਖਾਂ ਸੰਗਤਾਂ ਨੂੰ ਭਾਈ ਗੁਰਦਾਸ ਜੀ ਨੇ ਦੱਸ ਦਿੱਤਾ। ਸਾਰੇ ਤਿਆਰ ਹੋ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਨਾਲ ਲੈ ਆਏ। ਮਹਾਰਾਜ ਉੱਚੇ ਪਲੰਘ ਤੇ ਬੈਠੇ ਸਨ। ਇੱਕ ਪਾਸੇ ਬਾਬਾ ਬੁੱਢਾ ਜੀ, ਇੱਕ ਪਾਸੇ ਭਾਈ ਗੁਰਦਾਸ ਜੀ, ਸਾਹਮਣੇ ਬੀਬੀ ਭਾਨੀ, ਗੁਰੂ ਅਰਜਨ ਦੇਵ ਮਹਾਰਾਜ, ਕੁਝ ਪਿਆਰ ਵਾਲੀਆਂ ਸੰਗਤਾਂ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਹੁਣ ਅਸੀਂ ਸਰੀਰ ਦਾ ਪਰਿਤਿਆਗ ਕਰਨਾ ਹੈ ਔਰ ਗੁਰਤਾ ਗੱਦੀ ਦਾ ਤਿਲਕ ਜਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਉਣਾ ਹੈ। ਅਸੀਂ ਜਾਣਾ ਨਹੀਂ ਕਿਤੇ, ਸਾਡੇ ਸਰੀਰ ਨੇ ਖਤਮ ਹੋਣਾ, ਅਸੀਂ ਨਹੀਂ ਜਾਣਾ। ਹੁਣ ਨੇਤਰਾਂ ਵਿੱਚੋਂ ਜਲ ਵਹਿ ਰਿਹਾ ਏ, ਸੁਣਨ ਵਾਲੇ ਸੁਣ ਰਹੇ ਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਇੱਕ ਪਿਆਰ ਦੀ ਮੂਰਤ ਸਨ। ਜਦੋਂ ਕੋਈ ਮਹਾਰਾਜ ਦੇ ਦਰਸ਼ਨ ਕਰਦਾ ਸੀ ਤੇ ਉਹ ਮਹਾਰਾਜ ਦਾ ਹੀ ਹੋ ਕੇ ਰਹਿ ਜਾਂਦਾ ਸੀ। ਬਾਬਾ ਸ਼੍ਰੀ ਚੰਦ ਜੀ ਆਏ ਤੇ ਇੰਨੀ ਨਿਮਰਤਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ। ਮਹਾਰਾਜ ਦਾ ਦਾੜਾ ਬੜਾ ਸੁੰਦਰ ਸੀ, ਲੰਮਾ ਦਾੜਾ ਸੀ। ਮਹਾਰਾਜ ਆਪਣੇ ਦਾੜੇ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਸਾਫ਼ ਕਰਨ ਲੱਗ ਪਏ। ਕਹਿਣ ਲੱਗੇ ਤੁਸੀਂ ਗੁਰੂ ਨਾਨਕ ਦੇ ਸੁਪੁੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਆ ਨਿਮਰਤਾ ਨੇ ਹੀ ਤੇ ਗੁਰੂ ਨਾਨਕ ਦਾ ਘਰ ਲੁੱਟਿਆ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਐਡੀ ਵੱਡੀ ਨਿਮਰਤਾ ਹੈ ਤੁਹਾਡੇ ਜੀਵਨ ਵਿੱਚ। ਸਾਧ ਸੰਗਤ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਨੂੰ ਬੁਲਾਓ। ਇਹ ਗੁਰੂ ਮਹਾਰਾਜ ਸਤਿਗੁਰੂ ਦੇ ਸੁਪੁੱਤਰ ਨੇ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ। ਹੁਣ ਸਾਧ ਸੰਗਤ ਮਾਰੇ ਕਹਿਣ ਲੱਗੇ ਬਾਬਾ ਮੋਹਨ ਜੀ ਤੁਸੀਂ ਬੜੇ ਪਿਆਰ ਵਾਲੇ ਹੋ।
ਤੁਹਾਡੇ ਜੀਵਨ ਵਿੱਚ ਬੜੀ ਮਿਠਾਸ ਹੈ ਤੇ ਕਿਤੇ ਵੱਧ ਕੇ ਸਿਆਣੇ ਬਾਬਾ ਮੋਹਰੀ ਜੀ ਨੇ, ਕਿਤੇ ਵੱਧ ਕੇ ਸਿਆਣਪ ਹੈ। ਇਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਕਮਾਇਆ ਹੈ। ਸਾਨੂੰ ਗੁਰੂ ਦਾ ਰੂਪ ਜਾਣ ਕੇ ਸਾਡੀ ਸੇਵਾ ਕੀਤੀ ਹੈ। ਮਹਾਰਾਜ ਕੀ ਹੁਕਮ ਹੈ? ਮਹਾਰਾਜ ਕਹਿੰਦੇ ਬਾਬਾ ਮੋਹਰੀ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਅੰਗ ਸੰਗ ਰਹਿਣਾ। ਤੁਸੀਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਲਾਹ ਮਸ਼ਵਰਾ ਦਿੰਦੇ ਰਹਿਣਾ, ਕਿਉਂਕਿ ਗੁਰੂ ਕੀ ਉਮਰ ਹਜੇ ਨਿਆਣੀ ਹੈ। ਇਹ ਗੱਲਾਂ ਹੋ ਰਹੀਆਂ ਨੇ, ਬਚਨ ਹੋ ਰਹੇ ਨੇ। ਮਹਾਰਾਜ ਸਤ ਬਚਨ ਰਾਮ ਕਲੀ ਸਦ ਦੀ ਬਾਣੀ ਆਪਾਂ ਪੜ੍ਹਦੇ, ਕਈਆਂ ਨੇ ਸੁਣੀ ਹੋਵੇਗੀ। ਮਹਾਰਾਜ ਨੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਟੇਕ ਕੇ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ ਜੀ। ਮੋਰੀ ਪੁੱਤ ਸਨਮੁਖ ਹੋਆ, ਰਾਮ ਦਾਸੈ ਪੈਰੀ ਪਾਏ ਜੀਓ। ਇਹ ਰਾਮਕਲੀ ਸਾਦੀ ਵਾਰ ਵਿੱਚ ਮਹਾਰਾਜ ਦਾ ਬਚਨ ਹੈ। ਭਾਈ ਸੁੰਦਰ ਜੀ ਦਾ ਇਹ ਪਤਾ ਲਿਖਿਆ ਹੋਇਆ ਹੈ, ਬਾਬਾ ਸੁੰਦਰ ਜੀ। ਤੇ ਸਾਧ ਸੰਗਤ, ਸਭ ਤੋਂ ਪਹਿਲਾਂ ਫਿਰ ਬਾਬਾ ਮੋਹਰੀ ਜੀ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਚਰਨਾਂ ਤੇ ਬਹਿ ਕੇ ਝੁਕ ਕੇ ਗੁਰੂ ਦਾ ਰੂਪ ਜਾਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸਤਿਕਾਰ ਕੀਤਾ। ਤੇ ਮਹਾਰਾਜ ਕਹਿੰਦੇ ਹੁਣ ਇੱਕ ਬਚਨ ਸਾਡਾ ਮੰਨ ਲਿਓ, ਮਤ ਮੈਂ ਪਿਛੇ ਕੋਈ ਰੋਗ ਸੀ, ਅੱਗੇ ਮੂਲ ਨਾ ਪਾਇਆ। ਮਹਾਰਾਜ ਕਹਿੰਦੇ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਬੀਬੀ ਭਾਨੀ ਜੀ, ਤੁਸੀਂ ਰੋਣਾ ਨਹੀਂ ਹੈ। ਮਹਾਰਾਜ ਕਹਿੰਦੇ ਸਾਡੇ ਜਾਣ ਤੋਂ ਮਗਰੋਂ ਤੁਸੀਂ ਕੀਰਤਨ ਕਰਨਾ ਹੈ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕੀਰਤਨ ਨਾਲ ਆਪ ਵੀ ਜੁੜਨਾ ਹੈ ਤੇ ਸੰਗਤਾਂ ਨੂੰ ਵੀ ਜੋੜਨਾ ਹੈ। ਇਹ ਬਚਨ ਕਮਾਉਣਾ ਹੈ। ਬਸ ਇੰਨੀ ਗੱਲ ਗੁਰੂ ਜੀ ਨੇ ਸਾਰੀਆਂ ਸੰਗਤਾਂ ਦੇ ਸਨਮੁਖ ਚੌਂਕੜਾ ਲਾਇਆ। ਸਾਧ ਸੰਗਤ ਸੰਗਤਾਂ ਵੱਲ ਬੜੇ ਪਿਆਰ ਦੀ ਨਿਗਾਹ ਨਾਲ ਭਰ ਕੇ ਵੇਖਿਆ। 1638 ਬਿਕਰਮੀ ਭਾਦੋਂ ਸੁਦੀ ਤੀਜ ਦਿਨ ਸ਼ੁੱਕਰਵਾਰ, ਗੁਰੂ ਰਾਮਦਾਸ ਮਹਾਰਾਜ ਨੇ ਸੰਗਤਾਂ ਦੇ ਸਾਹਮਣੇ ਸਨਮੁਖ ਚਿੱਟੀ ਚਾਦਰ ਲੈ ਕੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਹਮਣੇ ਸੰਗਤਾਂ ਦੇ ਮਹਾਰਾਜ ਨੇ ਸਰੀਰ ਛੱਡਿਆ ਜੀ। ਜਿਵੇਂ ਸੱਪ ਨਹੀਂ ਕੰਜ ਨੂੰ ਤਾਰ ਦਿੰਦਾ, ਇਸ ਤਰ੍ਹਾਂ ਮਹਾਰਾਜ ਨੇ ਆਪਣੀ ਜੋਤ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵਿੱਚ ਟਿਕਾ ਲਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜੋਤ ਸਮਾਨਾ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ
ਨਿਰੰਕਾਰ ਦੇ ਦੇਸ਼ ਵਿੱਚ ਆ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਜੋਤ ਨਾਲ ਜੀ 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 ਜੋਤ ਰਲ ਜੋਤ ਨਾਲ ਜੀ ਜੋਤ ਰਲ ਗਈ। ਜੋਤ ਨਾਲ ਜੀ ਜੋਤ ਰਲ ਗਈ। ਜੋਤ ਨਾਲ ਜੀ ਜੋਤ ਨਾਲ ਜੀ ਜੋਤ ਰਲ ਗਈ। ਜੋਤ ਨਾਲ ਜੀ ਜੋਤ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ। ਜੋਤ ਨਾਲ ਜੋਤ ਰਲ ਗਈ। ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ। ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਬਖਾਣੀਐ। ਆਤਮ ਵਿਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਹੁਣ ਸਾਧ ਸੰਗਤ ਗੁਰੂ ਜੀ ਦਾ ਸਾਹਮਣੇ ਸਰੀਰ ਪਰਿਤਿਆਗ। ਇੱਕਦਮ ਜਦੋਂ ਸੰਗਤਾਂ ਵਿੱਚੋਂ ਰੋਣ ਦੀ ਆਵਾਜ਼ ਆਈ ਨਾ, ਬਾਬਾ ਬੁੱਢਾ ਜੀ ਖੜੇ ਹੋ ਗਏ। ਬਾਬਾ ਜੀ ਕਹਿਣ ਲੱਗੇ, ਹੇ ਸੰਗਤ ਜੀ, ਹੁਣੇ ਹੁਣੇ ਤੇ ਗੁਰੂ ਰਾਮਦਾਸ ਮਹਾਰਾਜ ਬਚਨ ਕਰਕੇ ਗਏ ਨੇ, ਤੁਸੀਂ ਸੁਣਿਆ ਨਹੀਂ? ਮਹਾਰਾਜ ਕਹਿੰਦੇ ਰੋਣਾ ਨਹੀਂ ਹੈ, ਕੀਰਤਨ ਕਰਨਾ ਹੈ। ਉਸੇ ਸਮੇਂ ਫਿਰ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੇ ਰਲ ਕੇ ਕੀਰਤਨ ਕੀਤਾ। ਪਹਿਲੇ ਦਿਨ ਕੀਰਤਨ ਹੁੰਦਾ ਰਿਹਾ, ਸੰਗਤਾਂ ਮਹਾਰਾਜ ਦੇ ਦੀਦਾਰ ਕਰਦੀਆਂ ਰਹੀਆਂ। ਦੂਜਾ ਦਿਨ ਚੜਿਆ, ਫਿਰ ਦੀਦਾਰੇ ਸੰਗਤਾਂ ਕਰਦੀਆਂ ਰਹੀਆਂ। ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਈ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਸਰੀਰ ਦਾ ਅੰਤਮ ਸੰਸਕਾਰ ਕਰਨਾ ਹੈ, ਕੁਝ ਸੇਵਾਦਾਰ ਭੇਜੋ, ਲੱਕੜਾਂ ਆਦਿਕ ਜਿਹੜੀਆਂ ਸ਼ਮਸ਼ਾਨ ਭੂਮੀ ਵਿੱਚ ਰੱਖ ਕੇ ਆਉਣ। ਬਾਬਾ ਜੀ ਕਹਿਣ ਲੱਗੇ ਸੰਸਕਾਰ ਕਿੱਥੇ ਕਰਨਾ ਹੈ? ਕਹਿਣ ਲੱਗੇ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੋਇਆ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਿਹੜੀ ਥਾਂ? ਬਿਆਸਾ ਦੇ ਕੰਢੇ ਤੇ। ਉਹ ਥਾਂ ਸਾਫ਼ ਕੀਤਾ, ਚੁਣਿਆ ਗਿਆ ਥਾਂ।
ਕੁਝ ਸੇਵਾਦਾਰ ਉੱਥੇ ਲੱਕੜਾਂ ਹੋਰ ਜੋ ਵੀ ਸਮੱਗਰੀ ਹੈ ਇਕੱਤਰ ਕਰਕੇ ਪਹੁੰਚਾ ਦਿੱਤੀ। ਇਧਰੋਂ ਹੁਣ ਭਾਈ ਗੁਰਦਾਸ ਜੀ ਕਹਿਣ ਲੱਗੇ, ਬਾਬਾ ਜੀ ਸੰਗਤਾਂ ਨੇ ਦੀਦਾਰ ਮਹਾਰਾਜ ਦਾ ਕਰ ਲਿਆ, ਗੁਰੂ ਜੀ ਦਾ ਅੰਤਮ ਇਸ਼ਨਾਨ ਕਰਾਇਆ। ਜੋ ਕਿਰਿਆ ਹੈ ਮਹਾਰਾਜ ਜੀ ਦਾ ਇਸ਼ਨਾਨ ਚੌਂਕੀ ਉੱਪਰ ਬਿਠਾ ਕੇ 94 ਗੁਰੂ ਕੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਹੋਰ ਪਿਆਰ ਵਾਲੇ ਸਿੱਖ ਗੁਰੂ ਜੀ ਦੇ ਕੇਸਾਂ ਵਿੱਚ ਦੁੱਧ ਪਾਇਆ ਗਿਆ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੁੱਧ ਨਾਲ ਮਹਾਰਾਜ ਦੇ ਕੇਸ ਧੋਤੇ ਨੇ, ਸਰੀਰ ਉੱਪਰ ਜਲ ਪਾਇਆ ਗਿਆ, ਇਸ਼ਨਾਨ ਕਰਾਇਆ ਮਹਾਰਾਜ ਦਾ। ਫਿਰ ਸਾਧ ਸੰਗਤ ਮਹਾਰਾਜ ਨੂੰ ਬੜੇ ਸੋਹਣੇ ਸੋਹਣੇ ਵਸਤਰ ਪਹਿਨਾਏ। ਬਾਬਾ ਬੁੱਢਾ ਸਾਹਿਬ ਜੀ ਆਵਾਜ਼ ਮਾਰ ਕੇ ਸਿੱਖਾਂ ਨੂੰ ਕਹਿੰਦੇ ਨੇ, ਮਹਾਰਾਜ ਦਾ ਵਿਵਾਨ ਤਿਆਰ ਕਰੋ। ਕੁਝ ਸੇਵਾਦਾਰ ਮਹਾਰਾਜ ਦੇ ਵਿਵਾਨ ਨੂੰ ਸਜਾਉਣ ਲੱਗ ਪਏ। ਇਤਿਹਾਸ ਦੱਸਦਾ ਹੈ ਉਸ ਵਿਵਾਨ ਨੂੰ ਫਿਰ ਬੜੇ ਸੋਹਣੇ ਸੋਹਣੇ ਗੁਲਦਸਤੇ ਔਰ ਮਹਿੰਗੇ ਮਹਿੰਗੇ ਫੁੱਲ ਆਦਿਕ ਲਾ ਕੇ ਵਿਵਾਨ ਸਜਾਇਆ ਗਿਆ। ਵਿਵਾਨ ਜਿਹੜਾ ਸੀ ਸਜ ਕੇ ਤਿਆਰ ਹੋ ਗਿਆ। ਗੁਰੂ ਜੀ ਨੂੰ ਵਸਤਰ ਪਹਿਨਾ ਦਿੱਤੇ ਹਨ। ਪਿਆਰ ਵਾਲਿਆਂ ਨੇ ਆਪਣੇ ਦੁਸ਼ਾਲੇ ਆਦਿਕ ਭੇਟਾ ਕੀਤੇ ਨੇ ਮਹਾਰਾਜ ਨੂੰ। ਫਿਰ ਸਾਰਿਆਂ ਨੇ ਰਲ ਕੇ ਜਿਹਦਾ ਜਿਹਦਾ ਹੱਥ ਪਿਆ ਮਹਾਰਾਜ ਦੇ ਪਵਿੱਤਰ ਸਰੀਰ ਨੂੰ ਚੁੱਕ ਕੇ ਵਿਵਾਨ ਤੇ ਸਜਾ ਦਿੱਤਾ ਹੈ। ਸਾਧ ਸੰਗਤ ਬੀਬੀ ਭਾਨੀ ਦੇ ਅਰਥ ਨੇ ਭਾਣੇ ਵਿੱਚ ਰਹਿਣ ਵਾਲੇ। ਭਾਣੇ ਵਿੱਚ ਹੈ ਗੁਰੂ ਕਾ ਬਚਨ ਹਿਰਦੇ ਅੰਦਰ ਵਸਾਇਆ ਹੈ, ਆਗਿਆਕਾਰੀ ਹੈ। ਬੀਬੀ ਭਾਨੀ ਉਹ ਸਿੱਖ ਇਤਿਹਾਸ ਵਿੱਚ ਇਸਤਰੀ ਹੈ ਜਿਹਨੂੰ 12 ਪਿੰਡਾਂ ਦੀ ਜ਼ਮੀਨ ਜਿਹਦੀ ਸੇਵਾ ਵੇਖ ਕੇ ਅਕਬਰ ਬਾਦਸ਼ਾਹ ਪੱਟਾ ਲਿਖ ਕੇ ਚਬਾਲਦਾ ਦੇ ਗਿਆ ਸੀ। ਵੀ ਮਹਾਨ ਸੇਵਾ ਬੀਬੀ ਭਾਨੀ ਦੀ ਹੈ। ਨਾਲੇ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕ ਕੇ ਹੇਠਾਂ ਬੈਠ ਕੇ ਪ੍ਰਸ਼ਾਦਾ ਪੰਗਤ ਵਿੱਚ ਛਕ ਕੇ ਗਿਆ ਅਕਬਰ ਬਾਦਸ਼ਾਹ। ਤੇ ਜਦੋਂ ਸੋਹਣਾ ਢੰਗ ਲੰਗਰ ਦਾ ਵੇਖਿਆ ਤੇ ਪੁੱਛਿਆ ਸੀ ਸਾਰੀ ਸੇਵਾ ਸੰਭਾਲ ਕੌਣ ਕਰਦਾ? ਆਖਿਆ ਬੀਬੀ ਭਾਨੀ 12 ਪਿੰਡਾਂ ਦੀ ਜ਼ਗੀਰ ਸੰਭਾਲਦੀ। ਬੀਬੀ ਭਾਨੀ ਦੇ ਨਾਂ ਕਰ ਦਿੱਤੀ। ਸਾਧ ਸੰਗਤ ਹੁਣ ਬੀਬੀ ਭਾਨੀ ਜੀ ਬੜੇ ਜਿਗਰੇ ਤੇ ਠੰਡੇ ਸੁਭਾਅ ਦੇ ਵਿੱਚ ਮਹਾਰਾਜ ਦੀ ਅੰਤਮ ਕਿਰਿਆ ਵੇਖ ਰਹੇ ਨੇ। ਤੇ ਪਿਆਰ ਵਾਲਿਓ ਫਿਰ ਹੁਕਮ ਹੋਇਆ ਗੁਰੂ ਜੀ ਦੇ ਵਿਵਾਨ ਨੂੰ ਅਰਥੀ ਨੂੰ ਮੋਢਾ ਲਾਇਆ ਜਾਵੇ। ਮੋਢਾ ਕਿਹਨਾਂ ਨੇ ਲਾਇਆ? ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ, ਇੱਕ ਪਾਸੇ ਧੰਨ ਬਾਬਾ ਬੁੱਢਾ ਜੀ ਅੱਗੇ ਲੱਗੇ ਨੇ। ਤੇ ਬਾਬਾ ਬੁੱਢਾ ਗੁਰੂ ਨਾਨਕ ਦਾ ਸਿੱਖ ਸੀ ਤੇ ਗੁਰੂ ਨਾਨਕ ਦੇ ਦਰਸ਼ਨ, ਨਿਰੰਕਾਰ ਦੇ ਦਰਸ਼ਨ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਉਹ ਕਿੱਡੇ ਭਾਗਾਂ ਵਾਲਾ ਬਾਬਾ ਬੁੱਢਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੂੰ ਮੋਢਾ ਦੇ ਰਿਹਾ। ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ, ਇੱਕ ਪਾਸੇ ਬਾਬਾ ਮੋਹਰੀ ਜੀ ਲੱਗੇ ਹੋਏ ਨੇ, ਇੱਕ ਪਾਸੇ ਬਾਬਾ ਮੋਹਨ ਜੀ ਤੇ ਭਾਈ ਗੁਰਦਾਸ ਜੀ ਚਿੱਟਾ ਚੌੜ ਮਹਾਰਾਜ ਨੂੰ ਕਰਦੇ ਜਾਂਦੇ ਨੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਕੀਰਤਨ ਕਰਦੀਆਂ, ਬਾਣੀ ਪੜ੍ਹਦੀਆਂ, ਮਹਾਰਾਜ ਦੇ ਸਰੀਰ ਨੂੰ, ਪਵਿੱਤਰ ਸਰੀਰ ਨੂੰ ਸ਼ਮਸ਼ਾਨ ਭੂਮੀ ਬਿਆਸਾ ਦੇ ਕੰਢੇ ਤੇ ਲੈ ਕੇ ਅੰਤਮ ਸੰਸਕਾਰ ਵਾਸਤੇ ਜਾ ਰਹੀਆਂ ਹਨ। ਨਾਲੇ ਪੜ੍ਹਦੀਆਂ ਨੇ।
हे सच्चे पातशाह, धन गुरु रामदास महाराज गुरु जी दे पर प्रकार संगतां नूं चेते आउंदे हन। एहो जिहियां रूहां, एहो जे सतपुरख, एहो जे गुरु पीर संसार ते कदे कदे आउंदे ने। ऐसे जन बिरले संसारे, गुर शब्द विचारे रहे निरारे। आप करे संगत कुल तारे, तिनका सफल जन्म जग आया। तिनका सफल जन्म जग आया, तिनका सफल जन्म जग आया। जन्म जग आया, तिनका सफल जन्म जग आया। तिनका सफल जन्म जग आया, तिनका सफल जन्म जग आया। ओ सफल जन्म जग आया, तिनका सफल जन्म जग आया। तिनका सफल जन्म जग आया, तिनका सफल जन्म जग आया। तिनका सफल जन्म जग आया, तिनका सफल जन्म जग आया। ऐसे जन बिरले बिरले, ऐसे जन बिरले बिरले, ऐसे जन बिरले बिरले ने, ऐसे जन बिरले बिरले ने, ऐसे जन बिरले बिरले ने, ऐसे जन बिरले बिरले ने। बिरले 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 ने, बिरले बिरले ने, ओ बिरले बिरले ने, हो बिरले बिरले ने। जी बिरले बिरले, ऐसे जन बिरले बिरले, बिरले बिरले ने, ऐसे जन बिरले बिरले ने, बिरले बिरले ने, ऐसे जन बिरले बिरले ने। इनका सफल जन्म जग आया, वो सफल जन्म जग आया। जन्म जग आया, तिनका सफल जन्म जग आया। तिनका सफल जन्म जग आया, तिनका सफल जन्म जग आया। धन किया ना गुरु अर्जन देव महाराज ने, धन 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 जन आया, जिस प्रसाद सब जगत तराया। जन आवन का, यह सवाओ जन कै संग चित आवे नाओ। आप मुक्त मुक्त करे संसार। नानक तिस जन को सदा नमस्कार। नमस्कार है गुरु रामदास महाराज ਨੂੰ। साध संगत जिन्हां ने 51 52 ਕਿਰਤਕਾਰੀ ਕਿਰਤੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਆ ਕੇ ਵਸਾਇਆ ਸੀ। ਨਮਸਕਾਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਜਿਨ੍ਹਾਂ ਨੇ 1621 ਬਿਕਰਮੀ ਨੂੰ ਸ੍ਰੀ ਸੰਤੋਖ ਸਰ ਸਰੋਵਰ ਦੀ ਨੀਂਹ ਰੱਖੀ। ਆਖੋ ਜੀ ਸਤਨਾਮ। नमस्कार है गुरु रामदास महाराज जी नो, जिन्हों ने गुरु का चक वसाया। आखो जी सतनाम। श्री वाहिगुरु। कितने परोपकार ने धन गुरु रामदास महाराज जी दे। गुरु का विबान संगतां ने आउं लगदा सी जिवें साध संगत कोई सचखंड चों विबान आया हुंदा है। शब्द पढ़दियां बाणी पढ़दियां संगतां महाराज जी दी अर्थी नूं विबान नूं शमशान भूमि लिया के ब्यासा कंडे रखिया। चंदन दी चिखा तैयार की गई है। सिखां संगतां ने बड़े प्यार दे नाल चिखा तैयार की, समग्री पाई गई। संगतां कीर्तन कर रहीआं ने। महाराज जी नूं पवित्र बाण तो उतार के संगतां ने चंदन दी चिखा ते सजा दिता है।
ਫਿਰ ਸਾਧ ਸੰਗਤ ਅਰਦਾਸੇ ਸੋਧੇ ਗਏ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਗੁਰੂ ਕੇ ਸਰੂਪ ਹੋ ਤੁਸੀਂ, ਔਰ ਗੁਰੂ ਕੇ ਪਾਵਨ ਸਰੀਰ ਨੂੰ ਪ੍ਰਚੰਡ ਚਿਖਾ ਜਿਹੜੀ ਹੈ ਅਗਨੀ ਭੇਟ ਤੁਸੀਂ ਕਰਨੀ ਹੈ। ਮਹਾਰਾਜ ਨੇ ਆਪਣੇ ਹੱਥੀ, ਕਿਤਨੇ ਭਾਗ ਗੁਰੂ ਅਰਜਨ ਦੇਵ ਮਹਾਰਾਜ ਦੇ ਚੰਗੇ, ਕਿਤਨੇ ਭਾਗ ਗੁਰੂ ਰਾਮਦਾਸ ਮਹਾਰਾਜ ਦੇ ਚੰਗੇ, ਇੱਕ ਗੁਰੂ ਨੂੰ ਦੂਸਰਾ ਗੁਰੂ ਅਗਨ ਭੇਟ ਕਰ ਰਿਹਾ। ਸਾਧ ਸੰਗਤ, ਸਰੀਰ ਨਾਸਵੰਤ ਹੈ, ਪਰਮਾਤਮਾ ਰੱਬ ਉਹਦਾ ਨਾਮ ਕਦੇ ਮਰਦਾ ਨਹੀਂ ਹੈ। ਵੇਖਦਿਆਂ ਵੇਖਦਿਆਂ, ਸ਼ਬਦ ਪੜ੍ਹਦਿਆਂ ਪੜ੍ਹਦਿਆਂ ਗੁਰੂ ਦਾ ਸਰੀਰ ਅਗਨ ਵਿੱਚ ਆਲੋਕ ਹੋ ਗਿਆ। ਆਪਾਂ ਕਹਿ ਦਿੰਦੇ ਹਾਂ ਸਰੀਰ ਸੜ ਕੇ ਸਵਾਹ ਹੋ ਗਿਆ। ਹੁਣ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਰੀਰ ਦੀ ਅੰਤਮ ਕਿਰਿਆ ਹੋ ਚੁੱਕੀ ਹੈ। ਸਾਰੇ ਜਾ ਕੇ ਮਹਾਰਾਜ ਦੀ ਦੱਸੀ ਹੋਈ ਮਰਿਆਦਾ ਕੀਰਤਨ ਕਰੀਏ, ਬਾਣੀ ਪੜ੍ਹੀਏ। ਸੰਗਤਾਂ ਜੁੜ ਗਈਆਂ, ਬਾਣੀ ਦਾ ਜਾਪ ਹੋਇਆ। ਗੁਰੂ ਰਾਮਦਾਸ ਮਹਾਰਾਜ ਦੇ ਪਰਉਪਕਾਰਾਂ ਨੂੰ ਚੇਤੇ ਕੀਤਾ ਗਿਆ ਜੀ। ਬੜੀ ਦੂਰੋਂ ਦੂਰੋਂ, ਜਿੱਥੋਂ ਤੱਕ ਸੰਗਤਾਂ ਨੂੰ ਸੁਨੇਹੇ ਮਿਲੇ, ਸੰਗਤਾਂ ਆਈਆਂ। ਆ ਕੇ ਬੀਬੀ ਭਾਨੀ ਨਾਲ ਤੁਸੀਂ ਸੁਣਿਆ ਏ ਰੁਦਨ ਕਰਦੀਆਂ ਸੀ, ਪਰ ਬੀਬੀ ਭਾਨੀ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਵਿੱਚ ਬੱਝੀ ਹੋਈ ਹੈ, ਜੁੜੀ ਹੋਈ ਹੈ, ਬੜੀ ਪਿਆਰ ਵਾਲੀ ਰੂਹ ਹੈ। ਚੌਥਾ ਦਿਨ ਹੋਇਆ, ਜਿਹਨੂੰ ਆਪਾਂ ਚੌਥਾ ਕਹਿ ਦਿੰਦੇ ਹਾਂ। ਫੁੱਲ ਚੁਗਣ ਦੀ ਰਸਮ, ਕਈ ਵਾਰੀ ਕਈ ਸਵਾਲ ਸੰਗਤਾਂ ਕਰਦੀਆਂ ਨੇ ਵੀ ਹੱਡੀਆਂ ਨੂੰ ਫੁੱਲ ਕਿਉਂ ਆਖਿਆ ਜਾਂਦਾ? ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵੀ ਇਉਂ ਕਿਉਂ ਨਹੀਂ ਕਹਿੰਦੇ ਵੀ ਹੱਡੀਆਂ ਚੁਗਣ ਗਏ ਸੀ ਜਾਂ ਚੁਗਣੀਆਂ ਨੇ? ਸਾਧ ਸੰਗਤ, ਭਾਈ ਸੰਤੋਖ ਸਿੰਘ ਜੀ ਨੇ ਹੱਡੀਆਂ ਨੂੰ ਫੁੱਲ ਸ਼ਬਦ ਬਿਆਨ ਕੀਤਾ ਹੈ। ਤੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਫਲਾਣਾ ਬੰਦਾ ਜਦੋਂ ਬੋਲਦਾ ਹੈ ਜਾਂ ਹੱਸਦਾ ਹੈ ਤੇ ਉਹਦੇ ਮੂੰਹ ਤੋਂ ਫੁੱਲ ਕਿਰਦੇ ਨੇ। ਕੀ ਫੁੱਲ ਕਿਰਦੇ ਹੁੰਦੇ ਨੇ? ਜੇ ਸੋਚਣ ਵਾਲੀ ਗੱਲ ਹੈ, ਇੱਕ ਮੁਹਾਵਰਾ ਹੈ ਪੰਜਾਬੀ ਦਾ, ਜਾਂ ਅਗਲੇ ਦੇ ਸਤਿਕਾਰ ਵਜੋਂ ਆਪਾਂ ਪਿਆਰ ਵੱਲੋਂ ਕਹਿ ਦਿੰਦੇ ਆ ਵੀ ਜਦੋਂ ਬੋਲਦਾ ਵੀ ਮੂੰਹ ਵਿੱਚੋਂ ਫੁੱਲ ਹੀ ਕਿਰਦੇ ਨੇ। ਇੱਥੇ ਗੁਰੂ ਕੀਆਂ ਹੱਡੀਆਂ, ਉਹਨਾਂ ਨੂੰ ਫੁੱਲਾਂ ਦਾ ਰੂਪ ਦਿੱਤਾ ਹੈ। ਫੁੱਲ ਚੁਗਣ ਦੀ ਰਸਮ ਅਦਾ ਹੋਈ ਹੈ ਤੇ ਮਹਾਰਾਜ ਦਾ ਬਚਨ ਸੀ, ਫੁੱਲ ਹਰ ਸਰਵਰ ਪਾਵਏ। ਠੰਡੇ ਪਾਣੀ ਵਿੱਚ, ਚਲਦੇ ਪਾਣੀ ਵਿੱਚ ਫੁੱਲਾਂ ਨੂੰ ਵਹਾ ਦੇਣਾ, ਇਹ ਅੰਤਮ ਕਿਰਿਆ। ਇਸੇ ਤਰ੍ਹਾਂ ਹੀ ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ, ਭਾਈ ਗੁਰਦਾਸ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਫੁੱਲਾਂ ਦੀ ਰਸਮ ਅਦਾ ਕੀਤੀ। ਬਿਆਸਾ ਦਰਿਆ ਵਿੱਚ ਗੁਰੂ ਕੇ ਫੁੱਲਾਂ ਨੂੰ ਵਹਾ ਦਿੱਤਾ। ਨਮਸਕਾਰ ਕਰਕੇ ਉੱਥੋਂ ਫਿਰ ਮਹਾਰਾਜ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ ਤੇ ਗੁਰੂ ਕੇ ਪਰਉਪਕਾਰ ਸੰਗਤਾਂ ਯਾਦ ਅੱਜ ਵੀ ਕਰਦੀਆਂ ਨੇ। ਉਹ ਸੁਖੀ ਵਸ ਰਹੀ ਹੈ ਗੁਰੂ ਕੀ ਨਗਰੀ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਅੱਜ ਵੀ ਬਾਣੀ ਦੇ ਪ੍ਰਵਾਹ, ਮਹਾਰਾਜ ਦਾ ਬਚਨ ਸੀ, ਐ ਗੁਰੂ ਅਰਜਨ, ਜਿਹੜਾ ਹਰੀ ਦਾ ਮੰਦਿਰ ਬਣਾਉਣਾ ਹੈ ਉਹਨੂੰ ਜਲ ਦੇ ਵਿਚਕਾਰ ਬਣਾਉਣਾ ਹੈ। ਗੁਰੂ ਦਾ ਬਚਨ ਸੀ। ਜਦੋਂ ਉਹਦੇ ਵਿੱਚ ਸੰਗਤਾਂ, ਗੁਰੂ ਕੇ ਪਿਆਰ ਵਾਲੇ ਸਿੱਖ ਕੀਰਤਨ ਕਰਨ, ਬਾਣੀ ਪੜਨ, ਉਹ ਜਲ ਵੀ ਅੰਮ੍ਰਿਤ ਦਾ ਰੂਪ ਹੋ ਜਾਵੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੂਰ ਦਰਾਡੇ ਤੋਂ ਆ ਕੇ ਸੰਗਤਾਂ ਉਸ ਪਵਿੱਤਰ ਜਲ ਦਾ ਸਤਿਕਾਰ, ਇਸ਼ਨਾਨ ਕਰਦੀਆਂ ਹਨ।
ਆਪਣੇ ਮਨਾਂ ਦੀ ਮੈਲ ਦੂਰ ਕਰਦੀਆਂ ਹਨ, ਬਾਣੀ ਨਾਲ ਜੁੜਦੀਆਂ ਹਨ। ਗੁਰੂ ਰਾਮਦਾਸ ਮਹਾਰਾਜ ਤੇ ਨਮਸਕਾਰਾਂ ਕਰ ਕਰਕੇ ਗੁਰੂ ਕਾ ਸ਼ੁਕਰ ਮਨਾਉਂਦੀਆਂ ਹਨ, ਉਸ ਦਰ ਤੇ ਆ ਕੇ ਝੁਕਦੀਆਂ ਹਨ, ਆਪਣੀਆਂ ਅਰਦਾਸਾਂ ਤੇ ਭਾਵਨਾਵਾਂ ਪੂਰੀਆਂ ਕਰਦੀਆਂ ਹਨ। ਇਹ ਮੇਰੇ ਗੁਰੂ ਕੀ ਨਗਰੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਅੱਜ ਜੋਤੀ ਜੋਤ ਪੁਰਬ ਹੈ। ਪਿਆਰ ਵਾਲੇ ਸਿੱਖ ਸੰਗਤਾਂ ਮਹਾਰਾਜ ਨੂੰ ਚੇਤੇ ਕਰਕੇ ਮਨਾ ਰਹੇ ਹਨ। ਭਾਈ ਨਿਰਮਲ ਸਿੰਘ ਜੀ ਗੁਰੂ ਕੀ ਬਖਸ਼ੀ ਹੋਈ ਪੂੰਜੀ ਸੰਸਾਰ ਵਿੱਚ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਸ਼ਾਮਲ ਹੋਏ ਆ। ਅਰਦਾਸ ਕਰਨੀ ਹੈ, ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਚਰਨਾਂ ਕਮਲਾਂ ਵਿਖੇ ਨਿਵਾਸ ਬਖਸ਼ਿਸ਼ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਰਹਿਣਾ ਕਿਸੇ ਨੇ ਨਹੀਂ ਹੈ। ਨਾ रहेंगे करोड़ी, ना रहेंगे हजार, ना किसी की दुनिया, ना किसी का घर बार। राणा राव ना को रह रंग ना तुंग फकीर, वारी आपो कोई ना बंदा धीर। ਇੱਥੇ ਤੇ ਸਾਧ ਸੰਗਤ ਸਮੇਂ ਬਦਲਦੇ ਨੇ, ਪਲ ਪਲ ਛਿਨ ਛਿਨ ਕਰਕੇ ਉਮਰ ਬੀਤਦੀ ਜਾ ਰਹੀ। ਚੇਤਨਾ ਹੈ ਤੂੰ ਚੇਤ ਲੈ, ਜਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਵਿਹਾਰ ਤੇ ਫੂਟੇ। ਅਟ ਜਿਉ ਪਾਨੀ ਹਰ ਗੁਣ ਕਾਹੀ ਨਾ ਗਾਵੀ, ਮੂਰਖ ਗਿਆਨਾ ਝੂਠੇ ਲਾਲਚ ਲਾਕੇ। ਨਹਿਮਰਨ ਪਿਸ਼ਾਨਾ ਅਜੂ ਕਛ ਬਿਗਰਿਓ ਨਹੀਂ, ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤੈ ਭਜਨ ਤੇ ਨਿਰਭੈ ਪਦ ਪਾਵੇ। ਸਾਹ ਚੱਲ ਰਹੇ ਨੇ ਤੇ ਰੱਬ ਨੂੰ ਚੇਤੇ ਕਰਨਾ ਚਾਹੀਦਾ ਏ। ਪ੍ਰਾਣ ਪੰਖੇਰੂ ਹੋ ਗਏ, ਫਿਰ ਰੱਬ ਚੇਤੇ ਨਹੀਂ ਆਵੇ। ਸਮਾਂ ਲੰਘ ਜਾਣਾ ਹੈ, ਪਰ ਸਾਧ ਸੰਗਤ ਹਨੇਰੀਆਂ ਵੀ ਆਉਂਦੀਆਂ ਨੇ, ਆ ਕੇ ਤੂਫਾਨ ਚਲੇ ਜਾਂਦੇ ਨੇ, ਯਾਦਾਂ ਰਹਿ ਜਾਂਦੀਆਂ, ਆ ਕੇ ਸਾਨ ਚਲੇ ਜਾਂਦੇ। ਪੜੋ ਆ ਸ਼ਬਦ ਸਮਾਪਤੀ ਕਰੀਏ। ਉਹ ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨਹੀਂ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨਹੀਂ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨਹੀਂ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨਹੀਂ ਆਉਣਾ।
ਮਹਾਰਾਜ ਜੀ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਲਈਏ। ਗੁਰੂ ਕੀ ਬਾਣੀ ਦੇ ਬਚਨ ਪ੍ਰਵਚਨਾਂ ਨੂੰ ਸੁਣੀਏ, ਆਪਣੇ ਜੀਵਨ ਅੰਦਰ ਚੰਗੇ ਚੰਗੇ ਗੁਣ ਲੈ ਕੇ ਆਈਏ। ਫਿਰ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੈ। ਜਾਣਾ ਸਭ ਨਹੀਂ ਹੈ, ਰਹਿਣਾ ਕਿਸੇ ਨੇ ਨਹੀਂ ਹੈ। ਜੋ ਆਇਆ ਸੋ ਚਲਸੀ, ਸਭ ਕੋਈ ਆਇਓ ਬਾਰੀ ਹੈ। ਹਮਾਰੇ ਕਹਿੰਦੇ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਜਿਹਦੇ ਪ੍ਰਾਣ ਚੱਲ ਰਹੇ ਨੇ ਉਹ ਨਾ ਭੁੱਲੇ ਰੱਬ ਨੂੰ, ਉਹ ਚੇਤੇ ਰੱਖੇ ਜੀ। ਆਓ ਯਾਦ ਕਰੀਏ। ਫਿਰ ਸਾਡਾ ਸੰਸਾਰ ਵਿੱਚੋਂ ਜਾਣਾ ਵੀ ਸੌਖਾ ਹੈ। ਵੈਸੇ ਹੈ ਸੰਸਾਰ ਦੁੱਖਾਂ ਦਾ ਘਰ, ਮੁਸਾਫਿਰ ਖਾਨਾ ਹੈ। ਇੱਕ ਨਾ ਇੱਕ ਦਿਨ ਜਾਣਾ ਪੈਣਾ ਹੈ। ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ। ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਸਭ ਨੇ ਜਾਣਾ ਹੈ, ਕਿਸੇ ਨੇ ਨਹੀਂ ਰਹਿਣਾ ਹੈ। ਆਓ ਮਹਾਰਾਜ ਦੇ ਬਚਨਾਂ ਨੂੰ ਕਮਾਈਏ, ਗੁਰੂ ਵਾਲੇ ਬਣ ਜਾਈਏ, ਠੰਡੇ ਬਾਟੇ ਦਾ ਅੰਮ੍ਰਿਤ ਛਕ ਲਈਏ। ਗੁਰੂ ਕੇ ਬਚਨਾਂ ਨੂੰ ਹਿਰਦੇ ਅੰਦਰ ਵਸਾਈਏ, ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਈਏ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਾਰੀਆਂ ਸੰਗਤਾਂ ਆਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀਆਂ ਲਵਾਓ। ਬੇਅੰਤ ਭੁੱਲਾਂ ਚੁੱਕਾਂ ਗੁਰੂ ਕੀ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹਨ। ਰਾਮਕਲੀ ਮਹੱਲਾ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸੁਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਆਜ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਪ੍ਰਣਾਮ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਏ ਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਅੰਗਲਾ ਸਮਰਾਟ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰੋਹ ਰਣਾਏ। ਨਹੀਂ ਕਰਦੇ ਹੈ ਕਰਤਾ ਤੇਰੇ ਸਭ ਕਿਸ ਹੈ, ਜਿਸ ਦੇ ਸੋ ਪਾਵੇ। ਸਦਾ ਸੁਤ ਸਲਾਹ ਤੇਰੀ, ਨਾਮ ਮਨ ਵਸਾਏ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ ਸਜਣਾ ਮੇਰਾ ਆਧਾਰ, ਸਾਥ ਨਾਮ ਆਧਾਰ ਮੇਰਾ ਜਨ, ਸੁਖਾਂ ਸਭ ਗਵਾਈਆ। ਨਾਨਕ ਸੁਖ ਮਨ ਹੈ ਵਸਿਆ ਜਿਨੀ, ਵਿਸਾਰ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟੂਆ, ਜਿਸ ਦੀਆਂ ਇਹ ਵਡਿਆਈਆਂ। ਨਾਨਕ ਸੁਣੋ ਸੰਤੋ ਸ਼ਬਦ ਰੋਪਿਆ ਸਾਚਾ। ਮੇਰਾ ਆਧਾਰੋ ਬਾਜੇ, ਪੰਥ ਚਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ। ਰੂਪ ਦਵਾਸ ਕੀਤੇ, ਕਾਲ ਕੰਟਕ ਮਾਰਿਆ। ਨਾਮ ਪਾਇਆ ਤੁਧ ਜਨ ਪਹੁੰਚੇ, ਨਾਮ ਹਰਿ ਕੈ ਰਾਗੇ। ਨਾਨਕ ਤੈ ਸੁਖ ਹੋਆ, ਜਗ ਕਲਿਆਣ ਹਦ ਵਾਗੇ। ਅਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਆਤਮੈ ਪ੍ਰਭ ਪਾਇਆ, ਉਤਰੇ ਨਰਕ ਵਿਸੂਰੇ। ਦੁਖ ਜੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ।
ਪਰਸੇ ਜਾਣੀ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨ ਪੰਥ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰੋਹ ਪਵਨ ਗੁਰੂ ਪਾਣੀ ਪਿਤਾ ਮਾਤਾ ਚਰਤ ਮਾਤ ਰਾਤ ਹੋਏ ਦਾਈ ਦਾਇਆ ਖੇਲੇ ਸਗਲ ਜਗਤ ਆਈਆਂ ਆਈਆਂ ਵਾਜੇ ਚਰਨ ਹਦੂਰ ਕਰਮੀ ਆਪੋ ਆਪਣੀ ਬਿਨੜ ਦੂਰ ਨਾਮ ਤੇ ਆਇਆ ਹੈ ਮਜ਼ਹਬ ਦੁਕਾਦ ਨਾਨਕ ਦੇ ਮੁਖਿਓ ਜਲੇ ਜੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ